अगली खबर देख रहे सारे दर्शकों को मेरे हरप्रीत ਵੱਲੋਂ प्यार भरी सत श्री अकाल। और मेरा साथ देने जा रहे हैं कुलवीर जी, दिलराज जी ਅਤੇ ਜਰਮਨਜੀਤ ਸਿੰਘ जी। कुलवीर जी, दिलराज जी, ਜਰਮਨਜੀਤ ਸਿੰਘ जी, ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਹਰਪ੍ਰੀਤ ਜੀ। ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਭਗਤ ਸਿੰਘ ਜੀ ਦੀ। ਅਸੀਂ ਸਾਰੇ ਹੀ ਸਰਦਾਰ ਭਗਤ ਸਿੰਘ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਆ, ਚਾਹੇ ਇੰਡੀਆ ਦੀ ਗੱਲ ਕਰੀਏ, ਚਾਹੇ ਪਾਕਿਸਤਾਨ ਦੀ ਗੱਲ ਕਰੀਏ, ਚਾਹੇ ਬਾਂਗਲਾदेश तक ਦੀ ਗੱਲ ਕਰੀਏ। ਸਰਦਾਰ ਭਗਤ ਸਿੰਘ ਜੀ ਦੇ ਨਾਮ ਤੋਂ ਸਾਰੇ ਹੀ ਜਾਣੂ ਨੇ। ਇੰਡੀਅਨ ਇੰਡੀਪੈਂਡੈਂਸ ਜਾਂ ਇੰਡੀਆ ਦੀ ਆਜ਼ਾਦੀ ਦੀ ਲੜਾਈ 'ਚ ਸਰਦਾਰ ਭਗਤ ਸਿੰਘ ਜੀ ਦਾ ਨਾਮ ਸੁਨਹਿਰੇ ਅਕਸ਼ਰਾਂ ਨਾਲ ਲਿਖਿਆ ਜਾਂਦਾ। 23 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨ ਵਾਲੇ ਇਹ ਨੌਜਵਾਨ ਨੇ ਇੱਕ ਵਾਰ ਬ੍ਰਿਟਿਸ਼ ਰਾਜ ਦੀ ਇੱਟ ਤੋਂ ਇੱਟ ਖੜਕਾਤੀ ਸੀ, ਪਰ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਹੋਈ ਨੂੰ ਲਗਭਗ 85-86 ਸਾਲ ਹੋ ਚੁੱਕੇ ਆ ਤੇ ਆਜ਼ਾਦ ਇੰਡੀਆ ਜਾਂ ਜਿਹਨੂੰ ਅਸੀਂ ਇੰਡੀਆ ਆਂਦੇ ਅੱਜ ਅਜੇ ਵੀ ਉਹ ਭਗਤ ਸਿੰਘ ਜੀ ਨੂੰ ਉੱਥੇ ਟੈਰਰਿਸਟ ਆਖਿਆ ਜਾ ਰਿਹਾ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਵਾਂ ਇੰਡੀਆ ਦੇ ਕੁਝ ਯੂਨੀਵਰਸਿਟੀਜ਼, ਸਕੂਲਸ ਜਾਂ ਫਿਰ ਕੁਝ ਇੰਸਟੀਚਿਊਟ ਦੀ। ਇਹ ਮੁੱਦਾ ਇੱਕ ਵਾਰ ਸਾਡੇ ਸਾਹਮਣੇ ਨਹੀਂ ਆਇਆ, ਇਹ ਮੁੱਦਾ ਕਈ ਵਾਰ ਸਾਡੇ ਸਾਹਮਣੇ ਆਇਆ ਵਾ। ਕਈ ਵਾਰ NCERT ਦੀ ਬੁੱਕ ਵਿੱਚ ਸਰਦਾਰ ਭਗਤ ਸਿੰਘ ਜੀ ਨੂੰ ਟੈਰਰਿਸਟ ਆਖਿਆ ਜਾਂਦਾ ਵਾ, ਕਈ ਵਾਰ ਕਿ ਹੋਰ ਸਕੂਲ ਦੀ ਬੋਰਡ ਦੀ ਬੁੱਕ ਵਿੱਚ ਸਰਦਾਰ ਭਗਤ ਸਿੰਘ ਜੀ ਨੂੰ ਟੈਰਰਿਸਟ ਆਖਿਆ ਜਾਂਦਾ ਵਾ। ਇੰਡੀਅਨਸ ਜਿੱਥੇ ਮਰਜ਼ੀ ਰਹਿੰਦੇ ਹੋਣ ਜਾਂ ਫਿਰ ਸੁਤੰਤਰਤਾ ਦੀ ਲੜਾਈ ਜਿਨ੍ਹਾਂ ਨੇ ਲੜੀ ਆ ਜਾਂ ਜਿਨ੍ਹਾਂ ਨੇ ਹੰਡਾਈ ਆ ਜਾਂ ਫਿਰ ਜਿਨ੍ਹਾਂ ਦੇ ਦੇਸ਼ ਵਿੱਚ ਜਿਹੜਾ ਦੇਸ਼ ਗੁਲਾਮ ਰਹੇ ਆ, ਉਹਨੇ ਸੁਤੰਤਰਤਾ ਦਾ ਇਤਿਹਾਸ ਸੁਣਿਆ ਵਾ, ਉਹ ਸਾਰੇ ਹੀ ਸਰਦਾਰ ਭਗਤ ਸਿੰਘ ਜੀ ਨੂੰ ਸਲਾਮ ਕਰਦੇ ਨੇ। ਪਰ ਪਤਾ ਨਹੀਂ ਕੀ ਕਾਰਨ ਆ ਕਿ ਸਾਡਾ ਇੰਡੀਆ ਦੇ ਵਿੱਚ ਹੀ ਬੁੱਕਾਂ ਵਿੱਚ ਸਰਦਾਰ ਭਗਤ ਸਿੰਘ ਨੂੰ ਅਜੇ ਤੱਕ ਵੀ ਟੈਰਰਿਸਟ ਲਿਖਿਆ ਜਾਂਦਾ ਵਾ। ਹਰ ਵਾਰ ਗਲਤੀ ਕਹਿ ਕੇ ਉਸ ਚੀਜ਼ ਨੂੰ ਸੁਧਾਰਨ ਦੀ ਗੱਲ ਕੀਤੀ ਜਾਂਦੀ ਹੈ। ਜੇ ਅਸੀਂ ਹਿਸਟਰੀ ਵੱਲ ਨਿਗਾਹ ਮਾਰੀਏ, ਕਈ ਵਾਰ ਤੇ ਕੋਰਟ ਨੇ ਵੀ ਇਹ ਆਰਡਰ ਦਿੱਤੇ ਨੇ ਕਿ ਇਹਦੇ ਵਿੱਚ ਕਰੈਕਸ਼ਨ ਕੀਤਾ ਜਾਵੇ। ਹੈਰਾਨੀ ਦੀ ਗੱਲ ਆ ਕਿ ਇਹ ਮਾਮਲਿਆਂ ਨੂੰ ਕੋਰਟ ਤੱਕ ਜਾਣਾ ਪੈਂਦਾ ਵਾ। ਜੀ ਮੈਂ ਗੱਲ ਕਰ ਰਿਹਾ ਹੁਣ ਇੱਕ ਤਾਜ਼ੇ ਮਸਲੇ ਦੀ, ਜਿੱਥੇ ਕਿ ਦਿੱਲੀ ਯੂਨੀਵਰਸਿਟੀ ਦੀ ਇੱਕ ਬੁੱਕ ਵਿੱਚ ਚੈਪਟਰ 20 ਦੇ ਵਿੱਚ ਸਰਦਾਰ ਭਗਤ ਸਿੰਘ ਜੀ ਨੂੰ ਟੈਰਰਿਸਟ ਆਖਿਆ ਗਿਆ। ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਟੈਰਰਿਸਟ ਆਖਿਆ ਗਿਆ ਵਾ। ਫਿਰ ਤੋਂ ਇਹ ਮੁੱਦਾ ਇੱਕ ਵਾਰ ਸੁਰਖੀਆਂ 'ਚ ਆਇਆ, ਫਿਰ ਤੋਂ ਕਈ ਦਿਨ ਮੀਡੀਆ 'ਚ ਬੇਟਾ ਹੋਣਗੀਆਂ, ਫਿਰ ਤੋਂ ਕਈ ਹਿਸਟਰੀ ਨੂੰ ਪਿਆਰ ਕਰਨ ਵਾਲੇ ਲੋਕ ਜਾਂ ਸਰਦਾਰ ਭਗਤ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲੋਕ ਫਿਰ ਤੋਂ ਇਹ ਮੁੱਦਾ ਚੱਕਣਗੇ। ਪਰ ਪਤਾ ਨਹੀਂ ਸ਼ਾਇਦ ਇਹ ਕਰੈਕਸ਼ਨ ਇੰਡੀਅਨ ਸਿਸਟਮ ਵਿੱਚ ਹੋ ਪਾਊਗੀ ਕਿ ਨਹੀਂ ਹੋ ਪਾਊਗੀ। ਹੈਰਾਨੀ ਤਾਂ ਉਦੋਂ ਹੋ ਜਾਂਦੀ ਆ ਜਦੋਂ ਇੱਕ ਪਾਸੇ ਸਰਦਾਰ ਭਗਤ ਸਿੰਘ ਜੀ ਨੂੰ ਟੈਰਰਿਸਟ ਆਖਿਆ ਜਾਂਦਾ ਵਾ, ਦੂਜੇ ਪਾਸੇ ਅੱਜ ਕੱਲ ਦੇ ਪੋਲੀਟੀਸ਼ੀਅਨਸ ਨੂੰ ਰਾਜਨੇਤਾ ਆਖਿਆ ਜਾਂਦਾ ਵਾ। ਗੱਲਬਾਤ ਸ਼ੁਰੂ ਕਰਦੇ ਆ ਕੁਲਵੀਰ ਸਿੰਘ ਜੀ ਤੋਂ। ਕੁਲਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ ਇਸ ਸਿਸਟਮ ਨੂੰ? ਹਰਪ੍ਰੀਤ ਜੀ, ਬੜੀ ਦੁੱਖ ਭਰੀ ਗੱਲ ਆ, ਮੰਦਭਾਗੀ ਗੱਲ ਆ ਕਿ ਬਾਰ-ਬਾਰ ਇੰਡੀਆ ਦੇ ਵਿੱਚ ਇਹ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਨੂੰ ਟੈਰਰਿਸਟ ਕਹਿ ਕੇ ਪੁਕਾਰਿਆ ਜਾਂਦਾ। ਸਿਰਫ ਉਹਨਾਂ ਨੂੰ ਹੀ ਨਹੀਂ, ਚੰਦਰ ਸ਼ੇਖਰ ਆਜ਼ਾਦ, ਸੂਰਿਆ ਸੈਨ, ਈਵਨ ਕਿ ਲਾਲਾ ਲਾਜਪਤ ਰਾਏ, ਬਿਪਨ ਚੰਦਰ, ਬਹੁਤ ਸਾਰੇ ਜਿਹੜੇ ਆਜ਼ਾਦੀ ਘੁਲਾਟੀਏ ਹੋਏ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਨੇ ਸੰਘਰਸ਼ ਕੀਤਾ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ, ਉਹਨਾਂ ਨੂੰ ਟੈਰਰਿਸਟ ਕਿਹਾ ਜਾਂਦਾ। ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹਾਂਗਾ। ਇਹ ਜਿਹੜਾ ਟੈਰਰਿਸਟ ਲਫ਼ਜ਼ ਆ ਜਾਂ ਇਹਨਾਂ ਨੂੰ ਵੱਖਰੇ ਕਰਕੇ ਦੇਖਣਾ ਆਜ਼ਾਦੀ ਦੀ ਲੜਾਈ ਦੇ ਨਾਲ, ਆਪਾਂ ਜੇ ਇਹਦੀ ਥੋੜ੍ਹੀ ਜਿਹੀ ਪਿਛਲੀ ਗੱਲ ਜਾ ਕੇ ਦੇਖਾਂਗੇ ਤਾਂ ਇਹ ਕਾਂਗਰਸ ਤੋਂ ਸ਼ੁਰੂ ਹੋ ਜਾਂਦੀ ਆ। ਗਾਂਧੀ ਨਹਿਰੂ ਦਾ ਜਿਹੜਾ ਉਸ ਵੇਲੇ ਆਜ਼ਾਦੀ ਲੈਣ ਦਾ ਤਰੀਕਾ ਸੀ ਜਾਂ ਗੋਰਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਸੀ, ਉਹ ਵੱਖਰਾ ਸੀ, ਅਤੇ ਗਰਮ ਦਲੀਆਂ ਦਾ ਜਿਹੜਾ ਤਰੀਕਾ ਵੱਖਰਾ ਸੀਗਾ। ਇਹ ਚੀਜ਼ ਉਦੋਂ ਤੋਂ ਹੀ ਚੱਲੀ ਆ ਰਹੀ ਆ ਕਿਉਂਕਿ ਸ਼ੁਰੂ ਦੇ ਸਾਲਾਂ ਵਿੱਚ ਕਾਂਗਰਸ ਨੇ ਰਾਜ ਕੀਤਾ ਅਤੇ ਇਹ ਚੀਜ਼ਾਂ ਜਿਹੜੀਆਂ ਹੋਣੀਆਂ ਸੁਭਾਵਿਕ ਸੀਗੀਆਂ, ਕਿਉਂਕਿ ਕਾਂਗਰਸ ਜਿਹੜੀ ਸੀਗੀ ਉਸ ਵੇਲੇ, ਗਾਂਧੀ ਵੇਲੇ ਜਾਂ ਨਹਿਰੂ ਵੇਲੇ, ਉਹ ਕਿਸੇ ਵੀ ਐਸੇ ਆਜ਼ਾਦੀ ਘੁਲਾਟੀ ਨੂੰ ਜਿਹੜੇ ਕਿ ਲੜ ਕੇ ਆਪਣਾ ਹੱਕ ਲੈਣਾ ਚਾਹੁੰਦੇ ਸੀ ਉਹਨੂੰ ਪਸੰਦ ਨਹੀਂ ਕਰਦੀ ਸੀ, ਸਗੋਂ ਉਹਨੂੰ ਅਪੋਜ਼ ਕਰਦੀ ਸੀ। ਇਸ ਕਰਕੇ ਬਹੁਤ ਸਾਲਾਂ ਤੱਕ ਜਿਹੜਾ ਇਹ ਅਸਰ ਜਿਹੜਾ ਹੈਗਾ ਸਾਡੀਆਂ ਕਿਤਾਬਾਂ ਵਿੱਚ, ਸਾਡੇ ਇਤਿਹਾਸ ਵਿੱਚ, ਸਾਡੇ ਲੋਕਾਂ ਦੇ ਵਿੱਚ ਇਹ ਰਿਹਾ। ਜਿਹੜੇ ਕਾਂਗਰਸਮਤੀ ਲੋਕ ਸੀਗੇ, ਜਿਹੜੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਲੋਕ ਸੀ, ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹ ਗੱਲ ਜਿਹੜੀ ਸੀਗੀ ਉਹ ਗੂੰਜਦੀ ਰਹੀ ਹੈਗੀ ਆ। ਜੇ ਆਪਾਂ ਕਿਤਾਬਾਂ ਦੀ ਗੱਲ ਕਰੀਏ ਤਾਂ ਕਿਤਾਬਾਂ ਵਿੱਚ ਵੀ ਇਹ ਗੱਲ ਜਿਹੜੀ ਹੁਣ ਸਾਹਮਣੇ ਆਈ ਆ, ਇੱਕ ਚੈਪਟਰ ਹੈਗਾ ਇੰਡੀਆ ਸਟਰਗਲ ਫॉर ਫਰੀडम ਦੇ ਵਿੱਚ। ਇਹਦੇ ਵਿੱਚ ਫਿਰ ਦੁਬਾਰਾ ਤੋਂ ਇਹ ਜਿਹੜੇ ਚੈਪਟਰ ਦਿੱਲੀ ਦੇ ਵਿੱਚ ਆਏ ਨੇ ਯੂਨੀਵਰਸਿਟੀ ਦੀ ਬੁੱਕ ਦੇ ਵਿੱਚ। ਪਰ ਜੇ ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ 2011 ਦੇ ਵਿੱਚ ਵੀ ਜਿਹੜਾ ਇੱਕ ਸਕੂਲ ਬੋਰਡ ਹੈਗਾ ICSE, ਉਹਦੀ ਇੱਕ ਕਿਤਾਬ ਦੇ ਵਿੱਚ ਵੀ ਜਿਹੜਾ ਸੀਗਾ ਇੱਕ ਚੈਪਟਰ ਸੀਗਾ, ਉਹਦੇ ਵਿੱਚ ਜਿਹੜਾ ਸੀਗਾ ਇਸੇ ਤਰੀਕੇ ਦੇ ਨਾਲ ਸਾਰੇ ਸ਼ਹੀਦਾਂ ਨੂੰ ਜਿਹੜੇ ਸਾਡੇ ਗੋਰਿਆਂ ਨਾਲ ਲੜ ਕੇ ਜਿਨ੍ਹਾਂ ਨੇ ਸ਼ਹਾਦਤ ਲਈ ਸੰਘਰਸ਼ ਕੀਤਾ ਸੀਗਾ, ਉਹਨਾਂ ਨੂੰ ਅੱਤਵਾਦੀ ਕਿਹਾ ਗਿਆ ਸੀਗਾ।
ਉਦੋਂ ਤੇ ਲਾਲਾ ਲਾਜਪਤ ਰਾਏ ਨੂੰ ਮਿਲੀਟੈਂਟ ਤੇ ਭਗਤ ਸਿੰਘ ਨੂੰ ਟੈਰਰਿਸਟ ਕਿਹਾ ਗਿਆ ਸੀਗਾ। ਇਹ ਜਿਹੜੀ ਬਾਰ-ਬਾਰ ਔਰ ਇਹ ਚੀਜ਼ਾਂ ਜਿਹੜੀਆਂ ਉੱਠਦੀਆਂ ਆਉਂਦੀਆਂ ਨੇ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੀ ਇੰਡੀਅਨ ਗੌਰਮੈਂਟ ਜਦੋਂ ਜਾਂ ਜਿਹੜੇ ਸਕੂਲ ਬੋਰਡਸ ਹੈਗੇ ਨੇ, ਜਦੋਂ ਕਿਤਾਬਾਂ ਪਬਲਿਸ਼ ਹੁੰਦੀਆਂ ਨੇ ਉਦੋਂ ਇਹ ਚੀਜ਼ਾਂ ਕਿਉਂ ਨੋਟੀਫਾਈ ਨਹੀਂ ਹੁੰਦੀਆਂ। ਇਹ ਚੀਜ਼ਾਂ ਨਿਕਲ ਕੇ ਉਦੋਂ ਆਉਂਦੀਆਂ ਨੇ ਜਦੋਂ ਕੋਈ ਬੰਦਾ ਇਸ ਚੀਜ਼ ਨੂੰ ਲੈ ਕੇ ਕੋਰਟ ਵਿੱਚ ਚਲਾ ਜਾਂਦਾ, ਲੋਕਾਂ ਵੱਲੋਂ ਇਹਦਾ ਅਪੋਜ਼ ਨਹੀਂ ਕੀਤਾ ਜਾਂਦਾ। ਜੇ ਆਪਾਂ ਸਿਰਫ ICSE ਦੀ ਗੱਲ ਕਰੀਏ ਤਾਂ ਇਹਨਾਂ ਦੇ ਕਰੀਬ ਜਿਹੜੇ 180 ਦੇ ਕਰੀਬ ਸਕੂਲ ਮਹਾਰਾਸ਼ਟਰ 'ਚ ਹੈਗੇ ਨੇ, 60-70 ਦੇ ਕਰੀਬ ਸਕੂਲ ਜਿਹੜੇ ਦਿੱਲੀ ਵਿੱਚ ਹੈਗੇ ਨੇ। ਬਹੁਤ ਵੱਡੀ ਇੱਕ ਜਨਸੰਖਿਆ ਹੋ ਜਾਂਦੀ, ਬਹੁਤ ਵੱਡਾ ਇੱਕ ਸਟੂਡੈਂਟ ਵਰਗ ਹੋ ਜਾਂਦਾ ਜਿਹੜਾ ਇੱਕ ਗਲਤ ਹਿਸਟਰੀ ਉੱਥੇ ਪੜ੍ਹ ਰਿਹਾ ਹੁੰਦਾ। ਔਰ ਇੱਕ ਰਾਈਟਰ ਆਪਣਾ ਨਾਮ ਲਿਖ ਕੇ ਉਹਦੇ ਵਿੱਚ ਇੱਕ ਚੈਪਟਰ ਪਾਉਂਦਾ ਆ, ਰਿਵਾਈਵਲ ਆਫ ਟੈਰੋਰਿਜ਼ਮ, ਜਿਹਦੇ ਵਿੱਚ ਉਹ ਸਾਡੇ ਇਹਨਾਂ ਸਾਰੇ ਸੰਘਰਸ਼ੀ ਲੋਕਾਂ ਨੂੰ ਟੈਰਰਿਸਟ ਕਹਿ ਕੇ ਸੰਬੋਧਨ ਕਰਦਾ। ਔਰ ਉਹ ਕਿਤਾਬਾਂ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ। ਬਹੁਤ ਦੁੱਖ ਦੀ ਗੱਲ ਹੈਗੀ ਆ, ਬਾਰ-ਬਾਰ ਹੋਣਾ ਜਿਹੜੀ ਹੈਗੀ ਬਹੁਤ ਮੰਦਭਾਗੀ ਗੱਲ ਹੈਗੀ ਆ ਜੀ। ਦਿਲਰਾਜ ਸਿੰਘ ਜੀ, ਜਰਮਨਜੀਤ ਸਿੰਘ ਜੀ। ਹਰਪ੍ਰੀਤ ਜੀ, ਬਿਲਕੁਲ ਬਹੁਤ ਮੰਦਭਾਗੀ ਗੱਲ ਹੈ। ਮੈਂ ਵੀ ਇਹਨੂੰ ਮੰਦਭਾਗੀ ਗੱਲ ਹੀ ਸਮਝਦਾ ਵਾਂ। ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਹੋਰ ਜਿੰਨੇ ਵੀ ਆਜ਼ਾਦੀ ਘੁਲਾਟੀ ਹੋਏ ਨੇ, ਇਹਨਾਂ ਦਾ ਨਾਮ ਬੜੀ ਇੱਕ ਸਤਿਕਾਰ ਦੇ ਵਜੋਂ ਸਾਡੇ ਦੇਸ਼ ਵਿੱਚ ਲਿਆ ਜਾਂਦਾ ਹੈਗਾ। ਨਾ ਕੇਵਲ ਸਾਡੇ ਦੇਸ਼ ਵਿੱਚ, ਆਪਾਂ ਜੇ ਗੁਆਂਢੀ ਮੁਲਕਾਂ ਦੀ ਗੱਲ ਕਰੀਏ, ਪਾਕਿਸਤਾਨ ਦੀ ਗੱਲ ਕਰੀਏ, ਮੈਂ ਖਬਰ ਪੜ੍ਹਦਾ ਪਿਆ ਸੀਗਾ ਕਿ ਪਾਕਿਸਤਾਨ ਇੱਕ ਭਗਤ ਸਿੰਘ ਦੇ ਨਾਮ ਤੇ ਇੱਕ ਯਾਦਗਾਰ ਕੱਲ ਤੋਂ ਉਹਨਾਂ ਨੇ ਅਨਾਉਂਸ ਕੀਤਾ ਬਣਾਉਣ ਦੀ। ਪਾਕਿਸਤਾਨ ਦੇ ਇੱਕ ਵਕੀਲ ਹੈਗੇ ਆ, ਉਹ ਭਗਤ ਸਿੰਘ ਨੂੰ ਜਿਹੜਾ ਮਰਡਰ ਕੇਸ ਉਹਨਾਂ ਤੋਂ ਚੱਲਦਾ ਪਿਆ ਸੀ, ਉਹਦੇ ਤੇ ਹੁਣ ਵੀ ਕੇਸ ਲੜਦੇ ਪਏ ਆ, ਉਹਨਾਂ ਨੂੰ ਉਹਦੇ ਤੇ ਬਾਇਜ਼ਤ ਬਰੀ ਕਰਾਉਣ ਲਈ। ਤੇ ਆਪਣੇ ਮੁਲਕ ਦੇ ਵਿੱਚ ਜਦੋਂ ਆਪਾਂ ਇੰਡੀਆ ਦੀ ਗੱਲ ਕਰਦੇ ਹੈਗੇ ਆ, ਏਦਾਂ ਦੀਆਂ ਗਲਤੀਆਂ ਨਿਕਲ ਕੇ ਸਾਹਮਣੇ ਆਉਂਦੀਆਂ। ਪਹਿਲੇ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਟੈਰਰਿਸਟ ਲਿਖ ਦਿੱਤਾ ਜਾਂਦਾ, ਪਰ ਜਦੋਂ ਲੋਕ ਰੌਲਾ ਪਾਉਂਦੇ ਆ ਉਦੋਂ ਕਹਿੰਦੇ ਆ ਕਿ ਗਲਤੀ ਨਾਲ ਲਿਖਿਆ ਗਿਆ। ਜਿੰਨੇ ਵੀ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਬਣਦੀਆਂ ਵਾ, ਉਹ ਬਣਨ ਤੋਂ ਪਹਿਲੇ ਚੰਗੀ ਤਰ੍ਹਾਂ ਉਹਦੀ ਸਕਰੂਟਨੀ ਹੁੰਦੀ ਹੈ। ਮੈਂ ਇਹ ਦੱਸ ਦੇਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਵੀ, ਚੰਗੀ ਤਰ੍ਹਾਂ ਜਿਹੜੇ ਰਾਈਟਰਸ ਹੁੰਦੇ ਆ ਪਹਿਲੇ ਉਹ ਪੜ੍ਹਦੇ ਆ, ਉਸ ਤੋਂ ਬਾਅਦ ਉਹਦੇ ਤੇ ਕ੍ਰਾਸ ਚੈੱਕ ਕੀਤਾ ਜਾਂਦਾ, ਅੱਛੀ ਤਰ੍ਹਾਂ ਉਹਦੀ ਸਕਰੂਟਨੀ ਕਰਕੇ ਉਸ ਤੋਂ ਬਾਅਦ ਹੀ ਉਹ ਕਿਤਾਬਾਂ ਪਬਲਿਸ਼ ਕੀਤੀਆਂ ਜਾਂਦੀਆਂ ਵਾ। ਤੇ ਉਹਨੂੰ ਗਲਤੀ ਦਾ ਨਾਮ ਦੇ ਕੇ ਤੇ ਆਖਰ ਵਿੱਚ ਆਪਣਾ ਪੱਲਾ ਝਾੜਨਾ, ਉਹ ਬਹੁਤ ਕਾਮਨ ਜੀ ਗੱਲ ਹੈਗੀ ਹੈ। ਕੁਲਵੀਰ ਜੀ ਨੇ ਇੱਕ ਗੱਲ ਬਹੁਤ ਵਧੀਆ ਕਹੀ ਕਿ ਜਦੋਂ ਸ਼ੁਰੂ ਤੋਂ ਲੈ ਕੇ ਜਦੋਂ ਭਗਤ ਸਿੰਘ ਆਜ਼ਾਦੀ ਦੀ ਲੜਾਈ ਲੜ ਵੀ ਰਹੇ ਸੀਗੇ, ਉਦੋਂ ਤੋਂ ਹੀ ਕਾਂਗਰਸ ਨੇ ਉਹਨਾਂ ਨੂੰ ਟੈਰਰਿਜ਼ਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਅੱਜ ਤੱਕ ਜਾਰੀ ਹੈ। ਬਹੁਤ ਦੁਖਦਾਈ ਗੱਲ ਹੈ, ਬਹੁਤ ਵੱਡੀ ਤਰਾਸਦੀ ਹੈ ਸਾਡੇ ਸਮਾਜ ਦੀ। ਜੀ ਬਿਲਕੁਲ, ਮੈਂ ਇੱਥੇ ਆਪਣੇ ਕਾਂਗਰਸ ਦੇ ਨਾਲ ਆਪਣਾ ਸਹਿਮਤੀ ਰੱਖਦਾ, ਕਿਉਂਕਿ ਇਹ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਬਹੁਤ ਹੀ ਮੰਦਭਾਗੀ ਗੱਲ ਹੈ। ਕਿਉਂਕਿ ਭਗਤ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਦਾ ਜਿਵੇਂ ਦੇਸ਼ ਆਜ਼ਾਦ ਉਹਦੇ ਵਿੱਚ ਬਹੁਤ ਜਿਹੜੀ ਆਜ਼ਾਦੀ ਦਿਵਾਈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸੀ। ਅੱਜ ਦੀ ਨੌਜਵਾਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਅੱਜ ਦੇ ਨੌਜਵਾਨਾਂ ਨੂੰ ਸਮਝਦੇ ਨੇ। ਇਹਦੇ ਵਿੱਚ ਅਜਿਹੇ ਵਿੱਚ ਭਗਤ ਸਿੰਘ ਜਿਹੇ ਸ਼ਹੀਦ ਆਜ਼ਮ ਨੂੰ ਅੱਤਵਾਦੀ ਕਹਿਣਾ ਬਹੁਤ ਹੀ ਮੰਦਭਾਗੀ ਗੱਲ ਹੈ। ਮੈਂ ਤੁਹਾਨੂੰ ਇੱਥੇ ਵੀ ਦੱਸਣਾ ਕਿ ਦਿਲਰਾਜ ਨੂੰ ਕਿਹਾ ਕਿ ਜਦੋਂ ਵੀ ਕਿਤਾਬਾਂ ਛਪਦੀਆਂ ਨੇ ਬਕਾਇਦਾ ਸਕਰੂਟਨੀ ਹੁੰਦੀ ਆ, ਤੇ ਉੱਥੇ ਗੱਲ ਇਹ ਵੀ ਦੱਸਦਾ ਕਿ ਗਲਤੀ ਇੱਕ ਵਾਰ ਹੋ ਸਕਦੀ ਆ, ਬਾਰ-ਬਾਰ ਗਲਤੀ ਨਹੀਂ ਹੋ ਸਕਦੀ। ਇਹ ਗਲਤੀ ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਆ, ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਸਾਡੀ ਜਿਹੜੀ ਇੰਡੀਆ ਗੌਰਮੈਂਟ ਹੈ ਇੱਥੇ, ਜਿਨ੍ਹਾਂ ਦਾ ਵੀ ਰਾਜ ਹੈਗਾ, ਤੁਹਾਨੂੰ ਤੁਸੀਂ ਸਭ ਜਾਣਦੇ ਹੋ, ਇਹ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕਿ ਭਗਤ ਸਿੰਘ ਇੱਕ ਉਸ ਕੌਮ ਦੇ ਨਾਲ ਸੰਬੰਧਿਤ ਸੀ ਜੋ ਦੇਸ਼ ਦੇ ਵਿੱਚ ਘੱਟ ਗਿਣਤੀ ਹੈ, ਉਹ ਕਦੀ ਵੀ ਉਸਨੂੰ ਘੱਟ ਗਿਣਤੀ ਨੂੰ ਇਹ ਜਿਹੜੀਆਂ ਸਰਕਾਰਾਂ ਉਹ ਉੱਭਰ ਨਹੀਂ ਦੇਣੀਆਂ ਚਾਹੁੰਦੀਆਂ, ਹਮੇਸ਼ਾ ਹੀ ਉਹਨੂੰ ਦਬਾਉਂਦੀਆਂ ਆਈਆਂ ਨੇ। ਜੇਕਰ ਗੱਲ ਕੀਤੀ ਹੈ ਤਾਂ ਪੰਜਾਬੀਆਂ ਦੇ ਜਿਹੜੇ ਕੁਰਬਾਨੀਆਂ ਜਿਹੜੀਆਂ ਦੇਸ਼ ਦੇ ਆਜ਼ਾਦ ਕਰਵਾਉਣ ਦੇ ਵਿੱਚ, ਉਹ ਜਿਹੜੀ ਉਹਨਾਂ ਦੀ ਆਬਾਦੀ ਉਹ ਆਟੇ ਦੇ ਲੂਣ ਬਰਾਬਰ ਹੈ, ਜਦੋਂ ਕਿ ਉਹਨਾਂ ਦੀਆਂ ਕੁਰਬਾਨੀਆਂ ਉਹ 80% ਨੇ। ਅਜਿਹਾ ਵਿੱਚ ਭਗਤ ਸਿੰਘ ਵੀ ਉਸੇ ਕੌਮ ਤੋਂ ਆਉਂਦਾ ਹੈ ਤੇ ਇਹ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕਿ ਉਸ ਦੇ ਨਾਂ ਨੂੰ ਲੋਕ ਜਿਵੇਂ ਕਿ ਗਾਂਧੀ ਦੇ ਨਾਂ ਨੂੰ ਜਪਦੇ ਨੇ, ਨਹਿਰੂ ਦੇ ਨਾਂ ਨੂੰ ਜਪਦੇ ਨੇ, ਕਿ ਉਹਦੇ ਨਾਂ ਨੂੰ ਜਪਣ। ਪਰ ਮੈਂ ਚਾਹੁੰਦਾ ਕਿ ਸਰਕਾਰਾਂ ਕਦੀ ਵੀ ਉਹਦੀ ਜਿਹੜੀ ਸ਼ਹਾਦਤ ਨੂੰ ਰੋਕ ਨਹੀਂ ਸਕਦੀਆਂ, ਉਹਨੂੰ ਲੋਕਾਂ ਦੇ ਵਿੱਚ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਭਗਤ ਸਿੰਘ ਕੀ ਚੀਜ਼ ਸੀ, ਉਹਦੇ ਦੇਸ਼ ਨੂੰ ਕਿੰਨੀ ਦੇਣ ਆ। ਜੇਕਰ ਗੱਲ ਕੀਤੀ ਜਾਵੇ ਭਗਤ ਸਿੰਘ ਤੇ ਕੀ ਬਾਲੀਵੁੱਡ ਦੇ ਵਿੱਚ ਫਿਲਮਾਂ ਵੀ ਬਣ ਚੁੱਕੀਆਂ ਨੇ, ਲੋਕਾਂ ਨੂੰ ਉਹਨਾਂ ਦੇ ਬਾਰੇ ਬਕਾਇਦਾ ਬਰੀਕੀ ਨਾਲ ਪਤਾ ਹੈ ਕਿ ਭਗਤ ਸਿੰਘ ਦੀ ਕਿੰਨੀ ਵੱਡੀ ਸ਼ਹਾਦਤ ਸੀ। ਇਹ ਸਰਕਾਰਾਂ ਜੋ ਮਰਜ਼ੀ ਕਹਿ ਲੈਣ, ਉਹਨਾਂ ਦੇ ਨਾਂ ਨੂੰ ਠੇਸ ਨਹੀਂ ਪਹੁੰਚਾ ਸਕਦੀਆਂ। ਜੇ ਅਸੀਂ ਗੱਲ ਕਰੀਏ ਤੇ ਬਾਲੀਵੁੱਡ ਦੇ ਵਿੱਚ ਇੱਕ ਸਮਾਂ, ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਸਮਾਂ ਇਦਾਂ ਦਾ ਆਇਆ ਸੀ ਜਦੋਂ ਇੱਕ ਟਾਈਮ ਤੇ ਹੀ ਭਗਤ ਸਿੰਘ ਦੇ ਨਾਂ ਉੱਤੇ 4-5 ਮੂਵੀਆਂ ਲਗਭਗ ਵਿਦਿਨ 6 ਮੰਥ ਰਿਲੀਜ਼ ਹੋ ਰਹੀਆਂ ਸੀ। ਜੇ ਅਸੀਂ ਗੱਲ ਕਰੀਏ ਪਾਕਿਸਤਾਨ ਦੀ, ਪਾਕਿਸਤਾਨ ਵਿੱਚ ਦਿਲਰਾਜ ਜੀ ਨੇ ਤੁਹਾਨੂੰ ਹੁਣੇ ਐਗਜ਼ਾਮਪਲ ਦਿੱਤਾ ਸੀ, ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆ, ਜੋ ਕਿ ਇਸ ਟਾਈਮ ਹਾਈ ਕੋਰਟ ਵਿੱਚ ਉੱਤੇ ਕੇਸ ਲੜ ਰਿਹਾ ਹੈ, ਜੋ ਭਗਤ ਸਿੰਘ ਜੀ ਨੂੰ ਸੈਂਡਰਸ ਮਰਡਰ ਕੇਸ ਵਿੱਚ ਬਾਇਜ਼ਤ ਬਰੀ ਕਰਾਉਣ ਦੀ ਲੜਾਈ ਲੜ ਰਹੇ ਨੇ। ਜਦੋਂ
ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਭਗਤ ਸਿੰਘ ਜੀ ਨੂੰ ਉਦੋਂ ਸਜ਼ਾ ਹੋਈ ਸੀ, ਉਦੋਂ 3 ਹਾਈ ਕੋਰਟ ਦੇ ਜੱਜ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ। ਹੁਣ ਲਾਹੌਰ ਦੇ ਵਿੱਚ 5 ਹਾਈ ਕੋਰਟ ਦੇ ਜੱਜਾਂ ਕੋਲ ਇਹ ਪਟੀਸ਼ਨ ਲਾਈ ਗਈ ਹੈ ਕਿ ਉਸ ਕੇਸ ਨੂੰ ਫਿਰ ਤੋਂ ਰੀਓਪਨ ਕੀਤਾ ਜਾਵੇ ਤਾਂ ਭਗਤ ਸਿੰਘ ਨੂੰ ਇਨੋਸੈਂਸ ਜਾਂ ਤੁਸੀਂ ਕਹੋ ਬਾਇਜ਼ਤ ਬਰੀ ਕੀਤਾ ਜਾਵੇ। ਭਗਤ ਸਿੰਘ ਦੀ ਸ਼ਹੀਦੀ ਨੂੰ ਕਾਫੀ ਚਿਰ ਹੋ ਚੁੱਕਿਆ। ਅੱਜ ਜੇ ਭਗਤ ਸਿੰਘ ਜੀ ਨੂੰ ਬਾਇਜ਼ਤ ਬਰੀ ਕੀਤਾ ਜਾਵੇ, ਸ਼ਾਇਦ ਇਹਦਾ ਭਗਤ ਸਿੰਘ ਜੀ ਦੀ ਫੈਮਿਲੀ ਉੱਤੇ ਜਾਂ ਭਗਤ ਸਿੰਘ ਦੇ ਵਿਚਾਰਾਂ ਤੇ ਸੋਚ ਰੱਖਣ ਵਾਲੇ ਲੋਕਾਂ ਤੋਂ ਕੋਈ ਫਰਕ ਨਹੀਂ ਪਊਗਾ। ਪਰ ਫਿਰ ਵੀ ਕਿਤੇ ਨਾ ਕਿਤੇ ਇਹ ਕੋਸ਼ਿਸ਼ ਪਾਕਿਸਤਾਨ ਦੇ ਲਾਹੌਰ ਵਿੱਚ ਅੱਜ ਵੀ ਹੋ ਰਹੀ ਆ। ਪਰ ਦੂਜੇ ਪਾਸੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਇਹ ਗਲਤੀਆਂ ਸਾਨੂੰ ਬਾਰ-ਬਾਰ ਵੇਖਣ ਨੂੰ ਮਿਲਦੀਆਂ। ਸਭ ਤੋਂ ਪਹਿਲਾ ਕੁਐਸਚਨ ਮੈਂ ਪੈਨਲਿਸਟ ਕੋਲ ਇਹ ਪੁੱਛਣਾ ਚਾਹੂੰਗਾ, ਕੀ ਕਾਰਨ ਆ? ਚਲੋ ਕੁਲਵੀਰ ਜੀ ਤੁਸੀਂ ਵੀ 2-3 ਐਗਜ਼ਾਮਪਲ ਦਿੱਤੇ, NCERT ਵਰਗੇ ਬੋਰਡ ਦੇ ਅਸੀਂ ਐਗਜ਼ਾਮਪਲ ਦਿੱਤੇ। ਕੀ ਕਾਰਨ ਹੈ ਕਿ ਬਾਰ-ਬਾਰ ਵੇਖਣ ਮੁੱਦਾ ਸਾਡੇ ਸਾਹਮਣੇ ਆ ਰਿਹਾ ਹੈ? ਕਿਉਂ ਨਹੀਂ 60-65 ਸਾਲ ਦੇ ਵਿੱਚ ਇਹ ਕਰੈਕਸ਼ਨ ਹੋ ਸਕੀ? ਕਿਉਂ ਨਹੀਂ ਸਰਕਾਰ ਨੇ ਇਹਦੇ ਉੱਤੇ ਸਟ੍ਰਿਕਟ ਐਕਸ਼ਨ ਲਿਆ ਤੇ ਜਿੰਨੇ ਵੀ ਬੋਰਡ ਸੀ ਜਾਂ ਜੋ ਜਿੰਨੇ ਵੀ ਸਕੂਲ ਬੋਰਡਸ, ਯੂਨੀਵਰਸਿਟੀ ਬੋਰਡ ਜਾਂ ਇੰਸਟੀਚਿਊਟ ਸੀ, ਉਹਨਾਂ ਨੂੰ ਸਖਤ ਇਨਸਟਰਕਸ਼ਨ ਦਿੱਤੇ ਕਿ ਇਹਦੇ ਉੱਤੇ ਕਰੈਕਸ਼ਨ ਕੀਤਾ ਜਾਵੇ ਤੇ ਇਨਸਟੈਂਟਲੀ ਕੀਤਾ ਜਾਵੇ। ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਮੈਂ ਇਸ ਗੱਲ ਦੇ ਉੱਪਰ ਕਹਿਣਾ ਚਾਹਾਂਗਾ ਕਿ ਜਿਹੜੇ ਹਿਸਟੋਰੀਅਨ ਨੇ, ਜਿਹੜੇ ਹਿਸਟਰੀ ਲਿਖਦੇ ਆ, ਹਿਸਟਰੀ ਇੱਕ ਆਮ ਲੋਕਾਂ ਨੂੰ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਆ, ਉਹਨਾਂ ਦਾ ਦਿਨ ਮਨਾਇਆ ਜਾਂਦਾ, ਛੁੱਟੀ ਹੁੰਦੀ ਆ, ਫੰਕਸ਼ਨ ਕੀਤੇ ਜਾਂਦੇ ਆ, ਪੂਰਾ ਇੰਡੀਆ ਜਿਹੜਾ ਹੈਗਾ ਉਹਨਾਂ ਦੇ ਦਿਨਾਂ ਨੂੰ ਸੈਲੀਬ੍ਰੇਟ ਕਰਦਾ, ਉਹਨਾਂ ਦਾ ਜਨਮ ਦਿਨ ਵੀ ਸੈਲੀਬ੍ਰੇਟ ਕਰਦਾ, ਉਹਨਾਂ ਦੀ ਸ਼ਹੀਦੀ ਵੀ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਬਹੁਤ ਵੱਡੇ ਪੱਧਰ ਦੇ ਉੱਪਰ ਇੱਕ ਬੱਚਾ, ਇੱਕ ਬੰਦਾ ਜਿਹੜਾ ਦੇਸ਼ ਦਾ ਹੈਗਾ ਉਹਨਾਂ ਨੂੰ ਯਾਦ ਕਰਦਾ ਉਹਨਾਂ ਦੀ ਸ਼ਹੀਦੀ ਵਾਲੇ ਦਿਨ। ਉਸੇ ਹੀ ਸਮੇਂ ਦੌਰਾਨ ਕੁਝ ਰਾਈਟਰਾਂ ਵੱਲੋਂ ਇੱਕ ਆਪਣੀ ਸੋਚ ਮੁਤਾਬਕ ਜਾਂ ਉਸ ਵੇਲੇ ਦੇ ਕਾਂਗਰਸ ਜਾਂ ਜਿਹੜੇ ਹੋਰ ਗਰੁੱਪ ਸੀ ਉਸ ਵੇਲੇ ਜਿਹੜੇ ਹਥਿਆਰਬੰਦ ਲੜਾਈ ਲੜਨ ਵਾਲੇ ਸੰਘਰਸ਼ੀ ਲੋਕਾਂ ਨੂੰ ਪਸੰਦ ਨਹੀਂ ਕਰਦੇ ਸਨ, ਉਹਨਾਂ ਦੇ ਖਿਲਾਫ ਅੱਜ ਵੀ ਝੂਠ ਲਿਖਣ ਤੋਂ ਬਾਜ਼ ਨਹੀਂ ਆ ਰਹੇ। ਫਰਕ ਸਿਰਫ ਇੰਨਾ ਕਿ ਬਾਰ-ਬਾਰ ਗਲਤੀ ਤਾਂ ਹੁੰਦੀ ਆ ਕਿਉਂਕਿ ਉਹਨਾਂ ਹਿਸਟੋਰੀਅਨਸ ਨੂੰ, ਉਹਨਾਂ ਲੋਕਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ। ਮੈਂ ਗੱਲ ਕਰਾਂਗਾ DN ਕੁੰਦਰਾ, ਜਿਨ੍ਹਾਂ ਨੇ 2010 ਜਾਂ 2011 ਦੇ ਵਿੱਚ ਜਿਹੜਾ ਕੇਸ ਸਾਹਮਣੇ ਆਇਆ ਸੀਗਾ, ਜਿਨ੍ਹਾਂ ਨੇ ਚੈਪਟਰ ਲਿਖਿਆ ਸੀ ਜਿਹਦੇ ਵਿੱਚ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਤੇ ਲਾਲਾ ਲਾਜਪਤ ਰਾਏ, ਬਿਪਨ ਚੰਦਰ, ਬਾਲ ਗੰਗਾਧਰ ਤਿਲਕ ਨੂੰ ਵੀ ਮਿਲੀਟੈਂਟ ਕਿਹਾ ਗਿਆ ਸੀਗਾ। ਕੀ ਇਹਨਾਂ ਲੋਕਾਂ ਦੇ ਉੱਪਰ ਕੋਈ ਸਰਕਾਰੀ ਐਕਸ਼ਨ ਨਹੀਂ ਹੋਣਾ ਚਾਹੀਦਾ? ਕੀ ਕੋਈ ਕਾਨੂੰਨ ਨਹੀਂ ਬਣਨਾ ਚਾਹੀਦਾ ਕਿ ਜਿਹੜੇ ਸਾਡੇ ਹਿਸਟਰੀ ਦੇ ਤੱਥ ਹੈਗੇ ਨੇ, ਜਿਹੜੇ ਸਾਡੇ ਸ਼ਹੀਦ ਹੈਗੇ ਆ, ਸਾਡੇ ਹੀਰੋਜ਼ ਹੈਗੇ ਆ, ਉਹਨਾਂ ਨੂੰ ਡੀਫੇਮ ਕਰਨ ਵਾਲੇ ਲੋਕਾਂ ਦੇ ਉੱਪਰ ਕੀ ਕੋਈ ਕੇਸ, ਕੀ ਕੋਈ ਉਹਨਾਂ ਦੇ ਉੱਪਰ ਕਾਨੂੰਨ ਨਹੀਂ ਹੋਣਾ ਚਾਹੀਦਾ? ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਦੇ ਉੱਪਰ ਕੋਈ ਕਾਨੂੰਨ ਨਹੀਂ ਹੈਗਾ, ਇਸ ਕਰਕੇ ਚੀਜ਼ਾਂ ਬਾਰ-ਬਾਰ ਹੁੰਦੀਆਂ ਨੇ। ਦੂਜੀ ਦੁੱਖ ਦੀ ਗੱਲ ਇਹ ਹੈਗੀ ਆ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਖਾਸ ਤੌਰ ਤੇ ਉਹਨਾਂ ਸਟੇਟਾਂ ਦੇ ਵਿੱਚ ਦੇਖੀ ਗਈ ਆ ਜਿੱਥੇ ਸਾਡੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਨਹੀਂ ਹੈਗਾ। ਪੰਜਾਬ ਦੇ ਵਿੱਚ ਅਗਰ ਇਹ ਚੀਜ਼ ਹੋਵੇ ਤਾਂ ਬਹੁਤ ਦੁੱਖ ਦੀ ਖਬਰ, ਇੱਧਰ ਨਹੀਂ ਹੁੰਦੀ। ਇਹ ਹਮੇਸ਼ਾ ਜਿਹੜੀ ਹੈਗੀ ਆ ਦਿੱਲੀ ਵਿੱਚ ਸਾਹਮਣੇ ਆਈ ਆ, ਪਹਿਲਾਂ ਇਹ ਮਹਾਰਾਸ਼ਟਰ ਜਾਂ ਹੋਰ ਸਟੇਟਾਂ ਦੇ ਵਿੱਚ ਕਈ ਵਾਰ ਸਾਹਮਣੇ ਆ ਚੁੱਕੀ ਆ ਕਿ ਵੱਖੋ ਵੱਖਰੇ ਬੋਰਡ ਜਿਹੜੇ ਇਹੋ ਜਿਹੀਆਂ ਕਿਤਾਬਾਂ ਲਗਾ ਦਿੰਦੇ ਆ। ਕੁਛ ਸੋੜੀ ਸੋਚ ਵਾਲੇ, ਕੁਛ ਆਪਣੀ ਅਲੱਗ ਸੋਚ ਰੱਖਣ ਵਾਲੇ ਜਾਂ ਕਾਂਗਰਸ ਦੇ ਉਸ ਵੇਲੇ ਦੀ ਸੋਚ ਨੂੰ ਆਪਣੀ ਸੋਚ ਸਮਝਣ ਵਾਲੇ ਲੋਕ ਜਿਹੜੇ ਹੈਗੇ ਨੇ, ਬਾਰ-ਬਾਰ ਜਿਹੜੇ ਦੇਸ਼ ਦੇ ਘੁਲਾਟੀਆਂ ਨੂੰ ਜਿਹੜਾ ਅੱਤਵਾਦੀ ਲਿਖਦੇ ਨੇ, ਮਿਲੀਟੈਂਟ ਲਿਖਦੇ ਆ, ਔਰ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਅੱਖਾਂ ਬੰਦ ਕਰਕੇ ਬੋਰਡ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਲਾ ਦਿੰਦੇ ਆ। ਜਿੰਨਾ ਚਿਰ ਇਹਦੇ ਉੱਪਰ ਕੋਈ ਸਰਕਾਰੀ ਡੰਡਾ ਨਹੀਂ ਉਹ ਲੱਗਣਾ, ਕੋਈ ਕਾਨੂੰਨ ਨਹੀਂ ਉਹ ਬਣਨਾ, ਇਹਨਾਂ ਲੋਕਾਂ ਨੇ ਲਿਖਣੋਂ ਨਹੀਂ ਹਟਣਾ, ਡੀਫੇਮ ਕਰਨੋਂ ਨਹੀਂ ਹਟਣਾ। ਮੈਨੂੰ ਇਹ ਲੱਗਦਾ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਕਿ ਅਗਰ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਕੋਈ ਡੀਫੇਮ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਰਾਜ ਜੀ, ਜਰਮਨਜੀਤ ਸਿੰਘ ਜੀ। ਬਿਲਕੁਲ ਹਰਪ੍ਰੀਤ ਜੀ, ਕੁਲਵੀਰ ਜੀ ਨੇ ਸਹੀ ਕਿਹਾ ਕਿ ਇਹਦੇ ਤੇ ਕੋਈ ਵੀ ਕਾਨੂੰਨ ਨਹੀਂ ਮੇਰਾ ਹੈਗਾ। ਕੁਐਸਚਨ ਇਹ ਸੀ ਦਿਲਰਾਜ ਜੀ, ਮੇਰਾ ਕੁਐਸਚਨ ਇਹ ਸੀ ਕਿ 65 ਸਾਲ ਹੋ ਗਏ ਆਜ਼ਾਦੀ ਨੂੰ, ਕੀ ਕਾਰਨ ਹੈ ਕਿ ਅਜੇ ਵੀ ਇਹ ਕਰੈਕਸ਼ਨ ਹੋ ਨਹੀਂ ਪਾਈ? ਅਜੇ ਵੀ ਸਿਰਫ ਇੱਕ ਕੁਝ ਦਿਨਾਂ ਦਾ ਮੁੱਦਾ ਬਣ ਕੇ ਰਹਿ ਜਾਂਦਾ ਵਾ। ਅਜੇ ਵੀ ਇਹ ਤੋਂ ਅਸੀਂ ਨਿਜਾਤ ਨਹੀਂ ਹਰਪ੍ਰੀਤ ਜੀ, ਕਰੈਕਸ਼ਨ ਹੋ ਜਾਂਦੀ ਆ ਪਰ ਬਾਰ-ਬਾਰ ਲੋਕੀ ਇਹਨਾਂ ਚੈਪਟਰਾਂ ਨੂੰ ਦੁਬਾਰਾ ਤੋਂ ਅਲੱਗ-ਅਲੱਗ ਬੰਦੇ ਲਿਖਦੇ ਆ। ਜੇ ਕਾਨੂੰਨ ਬਣਾ ਕੇ ਇੱਕ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਤਾਂ ਅਗਲੇ ਬੰਦੇ ਨੂੰ ਘੱਟੋ-ਘੱਟ ਡਰ ਲੱਗੂਗਾ। ਸ਼ਰਮ ਤਾਂ ਇਹਨਾਂ ਲੋਕਾਂ ਨੂੰ ਆਉਂਦੀ ਨਹੀਂ, ਘੱਟੋ-ਘੱਟ ਡਰ ਤਾਂ ਲੱਗੂਗਾ ਕਿ ਮੈਂ ਇਹੋ ਜਿਹਾ ਕੁਝ ਨਾ ਲਿਖਾਂ ਕਿ ਜਿਹਦੇ ਨਾਲ ਜਿਹੜਾ ਹੈਗਾ ਦੇਸ਼ ਦੇ ਜਿਹੜੇ ਸੈਂਟੀਮੈਂਟਸ ਵੀ ਹਟ ਹੋਣਗੇ ਔਰ ਮੈਂ ਵੀ ਜਿਹੜਾ ਹੈਗਾ ਉਹ ਜੇਲ੍ਹ ਵਿੱਚ ਜਾ ਸਕਦਾ। ਪਰ ਕੁਲਵੀਰ ਸਿੰਘ ਜੀ, ਮੈਂ ਥੋੜਾ ਜਿਹਾ ਇੱਥੇ ਸਟੱਡੀ ਕਰ ਰਿਹਾ ਸੀ ਤੇ ਮੈਨੂੰ ਇੱਕ ਬੜਾ ਵਧੀਆ ਕੰਪੈਰੀਜ਼ਨ ਮਿਲਿਆ। ਇੱਕ ਬੁੱਕ ਵਿੱਚ
ਇੱਕ ਬੋਰਡ ਦੀ ਇੱਕ ਬੁੱਕ ਸੀ ਜਿਹਦੇ ਵਿੱਚ ਕਿ ਸਰਦਾਰ ਭਗਤ ਸਿੰਘ ਜੀ ਨੂੰ ਟੈਰਰਿਸਟ ਲਿਖਿਆ ਹੋਇਆ ਸੀ ਤੇ ਰਾਹੁਲ ਗਾਂਧੀ ਜੀ ਨੂੰ ਜਵਾਨ ਪੋਲੀਟੀਸ਼ੀਅਨ ਲਿਖਿਆ ਹੋਇਆ ਸੀ, ਨੌਜਵਾਨ ਪੋਲੀਟੀਸ਼ੀਅਨ ਲਿਖਿਆ ਹੋਇਆ ਸੀ, ਜਦਕਿ ਰਾਹੁਲ ਜੀ ਦੀ ਉਮਰ 40-45 ਸਾਲ ਆ। ਤੇ ਤੁਸੀਂ ਕਹਿ ਰਹੇ ਜੋ ਕਿ ਨਾ ਸਜ਼ਾ ਦਿੱਤੀ ਜਾਵੇ, ਕੱਲ ਸਜ਼ਾ ਦੀ ਨਹੀਂ ਗੱਲ, ਦਿਲਰਾਜ ਜੀ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਇਹ ਬੁੱਕਾਂ ਐਵੇਂ ਨਹੀਂ ਛਪ ਜਾਂਦੀਆਂ, ਇਹਨਾਂ ਨੂੰ ਕਈ ਵਾਰ ਚੈੱਕ ਕੀਤਾ ਜਾਂਦਾ ਵਾ, ਫਿਰ ਵੀ ਇਹ ਗਲਤੀ ਹੋ ਰਹੀ ਆ। ਮੈਂ ਉਹੀ ਤਾਂ ਕਹਿਣਾ ਜੀ, ਜਦੋਂ ਤੱਕ ਇਹਦੇ ਤੇ ਰੋਕ ਨਹੀਂ ਲੱਗਣੀ ਇਹ ਤਾਂ ਇਹ ਰੁਕ ਨਹੀਂ ਸਕਦਾ ਮਸਲਾ ਜੀ, ਕਿਉਂਕਿ ਉਹ ਸੋਚ ਰੱਖਣ ਵਾਲੇ ਲੋਕ ਅਜੇ ਖਤਮ ਨਹੀਂ ਹੋਏ, ਅਜੇ ਤੱਕ ਵੀ ਈਰਖਾ ਕਰਨ ਵਾਲੇ ਲੋਕ ਖਤਮ ਨਹੀਂ ਹੋਏ, ਅਜੇ ਤੱਕ ਵੀ ਭਗਤ ਸਿੰਘ ਨੂੰ ਸ਼ਹੀਦ ਨਾ ਮੰਨਣ ਵਾਲੇ ਲੋਕ ਖਤਮ ਨਹੀਂ ਹੋਏ। ਕਿਤੇ ਨਾ ਕਿਤੇ ਉਹ ਇੱਕ ਸੋਚ ਲੈ ਕੇ ਅਜੇ ਵੀ ਜਿਉਂਦੇ ਨੇ ਕਿ ਇਹ ਲੋਕ ਜਿਹੜੇ ਹੈਗੇ ਇਹਨਾਂ ਦਾ ਤਰੀਕਾ ਗਲਤ ਸੀਗਾ। ਫਰਕ ਜਿਹੜਾ ਹੈਗਾ ਆਈਡੀਓਲੋਜੀ ਦਾ ਹੈਗਾ, ਉਹ ਉਹਨਾਂ ਦੀ ਸੋਚ ਵੱਖਰੀ ਸੀ, ਇਹਨਾਂ ਦੀ ਲੜਨ ਦੀ ਸੋਚ ਵੱਖਰੀ ਸੀ। ਉਹ ਜਿਹੜੀ ਦੂਸਰੀ ਸੋਚ ਵਾਲੇ ਲੋਕ ਹੈਗੇ ਨੇ ਉਹ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਸ਼ਹੀਦਾਂ ਨੂੰ ਟੈਰਰਿਸਟ ਕਹਿਣ ਦੀ ਕੋਸ਼ਿਸ਼ ਕਰਦੇ ਨੇ, ਜਿਹੜਾ ਕਿ ਮੇਰੇ ਖਿਆਲ ਨਾਲ ਹੁਣ ਜ਼ਬਰਦਸਤੀ ਰੋਕਣ ਦਾ ਸਮਾਂ ਆ ਗਿਆ। ਜਰਮਨਜੀਤ ਸਿੰਘ ਜੀ ਬਿਲਕੁਲ, ਮੈਂ ਕੁਲਵੀਰ ਜੀ ਨੂੰ ਮੈਂ ਦੱਸ ਦੇਣਾ ਚਾਹੁੰਦਾ, ਕੁਲਵੀਰ ਜੀ ਇੱਕ ਉਹ ਦੇਸ਼ ਆ ਜਿੱਥੇ RSS ਨੂੰ ਗਾਲਾਂ ਕੱਢੀ ਇੱਕ ਦੇਸ਼ ਵਿਰੋਧ ਦਾ ਕੇਸ ਦਰਜ ਹੁੰਦਾ ਹੈ, ਪਰ ਭਗਤ ਸਿੰਘ ਨੂੰ ਜੋ ਮਰਜ਼ੀ ਜਿੰਨੇ ਦੇਸ਼ ਦੀ ਆਜ਼ਾਦੀ ਕਰਵਾਉਂਦੇ ਲਈ ਆਪਣਾ ਵਾਰ ਦਿੱਤਾ, ਕੇ ਫਾਂਸੀ ਦਾ ਰਸਤਾ ਚੁਣਿਆ, ਉਸ ਨੂੰ ਜੋ ਮਰਜ਼ੀ ਕਹਿ ਲਓ, ਇੱਥੇ ਕੁਝ ਨਹੀਂ ਹੋਣਾ। ਕਿਉਂਕਿ ਇਸ ਦੀਆਂ ਜਿਹੜੀਆਂ ਸਰਕਾਰਾਂ ਵਾ ਇੱਥੋਂ ਇਹ ਪਤਾ ਲੱਗ ਜਾਂਦਾ ਕਿ ਸਰਕਾਰ ਕਿੰਨੀ ਕੁ ਗੰਭੀਰ ਹੈ ਇਸ ਚੀਜ਼ ਨੂੰ ਲੈ ਕੇ। ਕਿਉਂਕਿ ਫਿਰ ਉਹ ਗੱਲ ਆ ਜਾਂਦੀ ਆ ਕਿ ਜਿਵੇਂ ਦਿਲਰਾਜ ਨੇ ਕਿਹਾ ਕਿ ਕਿਤਾਬਾਂ ਜਦੋਂ ਛਪਦੀਆਂ ਨੇ ਉਹਦੀ ਵਾਰ-ਵਾਰ ਸਕਰੂਟਨੀ ਹੁੰਦੀ ਆ, ਉਹਦੇ ਸਾਰੇ ਕੁਝ 12 ਚੰਗੇ ਤੱਤ ਕੱਢੇ ਜਾਂਦੇ ਨੇ, ਪਰ ਜਿੱਥੇ ਭਗਤ ਸਿੰਘ ਨੂੰ ਅੱਤਵਾਦੀ ਲਿਖਿਆ ਹੁੰਦਾ ਉਹ ਚੀਜ਼ ਨਹੀਂ ਕੱਢੀ ਜਾਂਦੀ। ਉਹਨਾਂ ਜਿਵੇਂ ਲਿਖਿਆ ਹੁੰਦਾ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਮੈਂ ਤਾਂ ਚਾਹੁੰਦਾ ਕਿ ਜਿਹਨੇ ਭਗਤ ਸਿੰਘ ਨੂੰ ਅੱਤਵਾਦੀ ਲਿਖਿਆ ਉਹਦੇ ਖਿਲਾਫ ਵੀ ਦੇਸ਼ ਦਾ ਮਾਮਲਾ ਦਰਜ ਹੋਣਾ ਚਾਹੀਦਾ। ਜੇਕਰ RSS ਵਰਗੀ ਅਜਿਹੀ ਸੰਸਥਾ ਦੇ ਖਿਲਾਫ ਬੋਲਣ ਦੇ ਨਾਲ ਦੇਸ਼ ਦਾ ਮਾਮਲਾ ਦਰਜ ਹੋ ਸਕਦਾ, ਕਿਉਂਕਿ RSS ਉਹ ਸੰਸਥਾ ਜਿਹਦੀ ਸੁਣਨ ਵਿੱਚ ਆਇਆ ਹੈ ਕਿ ਇੱਥੇ ਕਈ ਮਾਹਰ ਕਹਿੰਦੇ ਨੇ ਕਿ ਉਹਦਾ ਆਜ਼ਾਦੀ ਦੇ ਵਿੱਚ ਕੋਈ ਵੀ ਯੋਗਦਾਨ ਨਹੀਂ, ਪਰ ਭਗਤ ਸਿੰਘ ਦਾ ਤਾਂ ਆਪਣਾ ਵਾਰ ਦਿੱਤਾ, ਉਹਨੂੰ ਵੀ ਅੱਤਵਾਦੀ ਕਿਹਾ ਜਾਂਦਾ। ਮੈਂ ਕਹਿੰਦਾ ਜਿਹੜਾ ਅੱਤਵਾਦੀ ਜਿਹਨੂੰ ਕਹਿੰਦੇ ਨੇ ਭਗਤ ਸਿੰਘ ਨੂੰ, ਜਿਹਨੇ ਕਿਹਾ ਹੈ, ਜਿਹਨੇ ਲਿਖਿਆ ਵਾ, ਉਹਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ। ਪਰ ਸਰਕਾਰਾਂ ਅਜਿਹਾ ਨਹੀਂ ਚਾਹੁੰਦੀ ਕਿਉਂਕਿ ਇਹ ਸਭ ਕੁਝ ਸਰਕਾਰ ਦੀ ਸਾਜ਼ਿਸ਼ ਤਹਿਤ ਹੁੰਦਾ। ਦਿਲਰਾਜ ਜੀ ਮੈਂ ਹਰਪ੍ਰੀਤ ਜੀ ਇਹ ਕਹਿਣਾ ਚਾਹਾਂਗਾ ਕਿ ਚਾਹੇ ਦੇਸ਼ ਧਰੋਹ ਦਾ ਮਾਮਲਾ ਨਾ ਵੀ ਦਰਜ ਕਰਨ, ਪਰ ਤਾਂ ਵੀ ਜੇ ਸਟਰੋਂਗ ਕੋਈ ਕੇਸ ਦਰਜ ਕੀਤਾ ਜਾਵੇ ਜਾਂ ਇੱਕ ਸਟਰੋਂਗ ਐਕਸ਼ਨ ਹੀ ਲੈ ਲਿਆ ਜਾਵੇ, ਉਹ ਪਬਲਿਸ਼ਰ ਨੂੰ, ਉਹ ਜਿਹੜਾ ਰਾਈਟਰ ਹੈਗਾ ਵਾ, ਉਹ ਜਿਹੜਾ ਇਤਿਹਾਸਕਾਰ ਹੈ, ਜੇ ਉਹਨੂੰ ਹੀ ਕੁਛ ਡੀਪੈਨਲ ਕਰ ਦਿੱਤਾ ਜਾਵੇ ਕਿਤਾਬਾਂ ਲਿਖਣ ਚੋਂ, ਉਸ ਬੋਰਡ ਦੇ ਕਿਤਾਬਾਂ ਲਿਖਣ ਚੋਂ, ਤੇ ਮੈਨੂੰ ਲੱਗਦਾ ਤਾਂ ਵੀ ਇੱਕ ਸਟਰੋਂਗ ਮੈਸੇਜ ਬਾਹਰ ਜਾਏਗਾ। ਕਿਉਂਕਿ ਕੋਈ ਵੀ ਸਟਰੋਂਗ ਐਕਸ਼ਨ ਨਹੀਂ ਲਿਆ ਜਾਂਦਾ ਇਹਨਾਂ ਲੋਕਾਂ ਤੇ, ਸ਼ਾਇਦ ਇਹੀ ਕਾਰਨ ਹੈ ਕਿ ਉਹ ਜਿਹੜੀ ਇੱਕ ਉਦੋਂ ਦੀ ਸੋਚ ਸੀਗੀ, ਜਾਂ ਕੁਲਵੀਰ ਜੀ ਨੇ ਕਿਹਾ ਕਿ ਜਿਹੜੀ ਇੱਕ ਕਾਂਗਰਸ ਵਾਲੀ ਸੋਚ ਸੀਗੀ, ਜਿਹੜੀ ਇਹ ਮੰਨਦੀ ਸੀਗੀ ਕਿ ਭਗਤ ਸਿੰਘ ਤੇ ਜਿਹੜੇ ਹੋਰ ਜਿਹੜੇ ਇਹਨਾਂ ਨਾਲ ਜੁੜੇ ਹੋਏ ਸੀਗੇ ਜਾਂ ਜਿਹੜੇ ਗਰਮ ਖਿਆਲੀ ਸੀਗੇ, ਉਹ ਉਹਨਾਂ ਨੂੰ ਟੈਰਰਿਸਟ ਐਕਟੀਵਿਟੀ ਵਿੱਚ ਉਦੋਂ ਵੀ ਰੱਖਦੇ ਸੀ ਤੇ ਅੱਜ ਵੀ ਰੱਖਦੇ ਪਏ। ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਕਾਲ ਲੈਣਾ ਚਾਹੂੰਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਆਪਣਾ ਨਾਮ ਦੱਸੋਗੇ ਪਹਿਲਾਂ ਸਰ? ਮੈਂ ਜਸਪਾਲ ਸਿੰਘ ਬੋਲ ਰਿਹਾ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਜਦੋਂ ਭਗਤ ਸਿੰਘ ਸਾਹਿਬ ਸਾਡੇ ਜਿਹੜੇ ਵੀ ਬਹੁਤ ਵੱਡੇ ਪਰਮਾਤਮਾ ਸੀ ਸਾਡੇ ਕਿਸੇ ਕੌਮ ਦੇ, ਆਲ ਕੌਮ ਦੇ, ਜਿਨ੍ਹਾਂ ਨੇ ਇੱਕ ਸ਼ਹੀਦੀ ਦਿੱਤੀ ਤੇ ਆਪਣੇ ਦੇਸ਼ ਨੂੰ ਬਚਾਇਆ। ਤੇ ਇੱਕ ਆਪਣੇ ਜਿਹੜੇ ਭਾਈ ਰਾਜੋਆਣੀ ਹੋ ਗਏ, ਭਾਈ ਬਲਵੰਤ ਸਿੰਘ ਹੋਣੇ, ਭਾਈ ਦੂਜੇ ਆਪਣੇ ਜਿਹੜੇ ਭਰਾ ਜਿਹੜੇ ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਆ, ਅਸੀਂ TV ਤੇ ਬੋਲਣ ਜੋਗੇ ਰਹਿ ਗਏ ਆ ਕਿ ਅਸੀਂ ਇੱਥੇ ਹੀ ਬੋਲਾਂਗੇ ਜਾ ਕੇ। ਅਸੀਂ TV ਤੇ ਸਾਰੇ ਭਰਾ ਇਕੱਠੇ ਹੋ ਜਾਂਦੇ ਆ, ਆਪਣੇ ਪੁਆਇੰਟ ਬਣਾਉਂਦੇ ਆ। ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਫॉर द कॉल। ਮੈਂ ਸਰ ਮੈਂ ਹੋਰ ਗੱਲ ਕਰਨਾ ਚਾਹੁੰਦਾ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਲਾਈਨ ਜੋ ਸਰ, ਕੀ ਆਪਣੀ ਗੱਲ ਪੂਰੀ ਕਰ ਸਕਦੇ ਹੋ? ਮੈਂ ਜਿਹੜਾ ਕਹਿੰਦਾ ਆਪਣੀ ਸਿੱਖ ਕੌਮ ਨੂੰ, ਪੂਰੀ ਕੌਮ ਨੂੰ, ਕਿ ਜੇ ਆਪਾਂ ਉਹਨਾਂ ਨੂੰ ਜੇ ਉਹਨਾਂ ਨੇ ਸਾਡੇ ਹਾਲਾਤ ਚੰਗੇ ਕੀਤੇ ਹੈ, ਪੰਜਾਬ ਦੇ ਹਾਲਾਤ ਜਿਹੜੇ ਪਹਿਲਾਂ 1980 ਵਿੱਚ 1992 ਵਿੱਚ ਪੰਜਾਬ ਦਾ ਨੌਜਵਾਨ 25 ਸਾਲ ਬੱਚਾ ਜਿਹੜਾ ਵੀ ਬਾਹਰ ਨਹੀਂ ਜਾ ਸਕਦਾ ਸੀ, ਸ਼ਾਮਾਂ ਦੇ ਟਾਈਮ ਤੇ ਅੱਤਵਾਦ ਕਰਾਰ ਦਿੱਤਾ ਜਾਂਦਾ ਸੀ, ਉਹਨੂੰ ਮੌਤ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ।
ਕੀ ਅਸੀਂ ਅੱਜ ਟੀਵੀ ਤੇ ਬੋਲਣ ਜੋਗੇ ਰਹਿ ਗਏ? ਜੇ ਉਹਨਾਂ ਨੇ ਸਾਡੇ ਹੱਕ ਵਿੱਚ ਲੜਾਈਆਂ ਲੜੀਆਂ ਨੇ, ਸਾਡੇ ਹੱਕ ਵਿੱਚ ਰਹੇ ਨੇ, ਤੇ ਅਸੀਂ ਉਹਨਾਂ ਨੂੰ ਜੇਲ੍ਹ 'ਚ ਬਾਹਰ ਨਹੀਂ ਕਢਾ ਸਕਦੇ? 17 ਸਾਲ ਉਹਨੇ ਆਪਣੀ ਸਜ਼ਾ ਪੂਰੀ ਕਰਕੇ ਵੀ ਉਹ ਵੀ ਸਜ਼ਾ ਭੁਗਤ ਰਹੇ ਨੇ, ਤੇ ਉਹ ਕਿਉਂ ਭੁਗਤ ਰਹੇ ਨੇ? ਸਾਡੇ ਕਰਕੇ ਸਾਡੀਆਂ ਪੱਗਾਂ, ਸਾਡੇ ਕੋਟ ਪੈਂਟ ਸਿਰਫ ਟੈਲੀਵਿਜ਼ਨ 'ਚ ਰਹਿ ਗਏ ਨੇ। ਥੈਂਕ ਯੂ ਸਰ, ਥੈਂਕ ਯੂ ਫॉर द ਕਾਲ। ਮੈਂ ਹਰਪ੍ਰੀਤ ਜੀ ਮੈਂ ਜਵਾਬ ਦੇਣਾ ਚਾਹਾਂਗਾ ਉਹਨਾਂ ਨੂੰ ਜੀ। ਕੁਲਵੀਰ ਜੀ ਇੱਕ ਕਾਲਰ ਹੋਰ ਨੇ, ਆਪਾਂ ਉਹ ਲੈ ਕੇ ਫਿਰ ਆਪਾਂ ਜਵਾਬ ਤੇ ਦੇਣ ਜਾਵਾਂਗੇ। ਲਾਸਟ ਫੋਨ ਨੰਬਰ ਜੀ 3295। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਰਨੈਲ ਸਿੰਘ ਸੰਘੇੜਾ ਬੋਲਦਾ ਜੀ। ਹਾਂਜੀ ਸੰਗੇੜਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ ਜੀ, ਰਾਜ ਭਾਗ ਕੋਈ ਮਿਹਨਤ ਕੀਤਿਆਂ ਨਹੀਂ ਮਿਲਦੇ, ਖੋਏ ਜਾਂਦੇ ਆ। ਜੋ ਭਗਤ ਸਿੰਘ ਸ਼ਹੀਦ ਨੇ ਜੋ ਕੁਛ ਕੀਤਾ, ਚੰਦਰ ਸ਼ੇਖਰ ਆਜ਼ਾਦ ਬਹੁਤ ਕੁਛ ਹੈ, ਗਰਮ ਖਿਆਲੀਆਂ ਨੇ ਜੋ ਕੁਛ ਕੀਤਾ, ਇਹਦੇ ਨਾਲ ਰਾਜ ਆਪਾਂ ਨੂੰ ਮਿਲਿਆ। ਰਾਜ ਭਾਗ ਖੋਏ ਜਾਂਦੇ ਆ, ਮਿਹਨਤ ਨਾਲ ਭੀਖ ਮੰਗਿਆ ਨਹੀਂ ਮਿਲਦੇ ਰਾਜ ਭਾਗ। ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਏਡੇ ਵੱਡੇ ਸੰਘਰਸ਼ ਕਰਨ ਵਾਲਿਆਂ ਨੂੰ ਏਡਾ ਮਾੜੇ ਬੋਲ ਬੋਲਦੇ ਆ। ਥੈਂਕ ਯੂ। ਬਿਲਕੁਲ ਜੀ, ਬਿਲਕੁਲ, ਥੈਂਕ ਯੂ। ਕੁਲਵੀਰ ਜੀ, ਮੈਨੂੰ ਲੱਗਦਾ ਤੁਸੀਂ ਪਹਿਲੇ ਕਾਲਰ ਦੀ ਗੱਲ ਦਾ ਜਵਾਬ ਦੇਣਾ ਚਾਹੁੰਦੇ ਜੋ। ਮੈਂ ਵੀ ਕੁਝ ਕਹਿਣਾ ਚਾਹੁੰਦਾ ਹਾਂ, ਪਰ ਤੁਸੀਂ ਪਹਿਲਾਂ ਕਹਿ ਸਕਦੇ ਜੋ। ਜੀ, ਮੈਂ ਉਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਵੀ ਹਾਂ ਔਰ ਅਸਹਿਮਤ ਵੀ ਹੈਗਾ। ਸਹਿਮਤ ਇੱਦਾਂ ਆ ਕਿ ਸਾਨੂੰ ਵਾਕਿਆ ਹੀ ਜਿਹੜਾ ਇਹਦੇ ਉੱਪਰ ਗੱਲ ਕਰਨੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਹੋਈਆਂ, ਸਾਨੂੰ ਉਹਨਾਂ ਦੇ ਲਈ ਵੀ ਖੜਨਾ ਚਾਹੀਦਾ ਆ। ਪਰ ਮੈਂ ਇੱਥੇ ਤੁਹਾਨੂੰ ਸਰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਹਰ ਇੱਕ ਬੰਦੇ ਦਾ ਇੱਕ ਰੋਲ ਹੁੰਦਾ ਆ, ਹਰ ਇੱਕ ਬੰਦੇ ਦਾ ਇੱਕ ਕਿਰਦਾਰ ਹੁੰਦਾ ਆ, ਜਿਹਨੇ ਜਿੱਦਾਂ ਉਹਦੇ ਵਿੱਚ ਹਿੱਸਾ ਪਾਉਣਾ ਹੁੰਦਾ ਆ। ਕੁਛ ਲੋਕ ਜਦੋਂ ਆਪਾਂ ਲੜਾਈ 'ਚ ਵੀ ਜਾਂਦੇ ਆ, ਕੁਛ ਲੋਕ ਸਾਹਮਣੇ ਲੜਦੇ ਆ, ਕੁਛ ਲੋਕ ਪਿੱਛੇ ਪਲਾਨ ਕਰਦੇ ਆ, ਕੁਛ ਲੋਕ ਉਹਨਾਂ ਲਈ ਖਾਣਾ ਬਣਾਉਂਦੇ ਆ, ਕੁਛ ਲੋਕ ਉੱਥੇ ਜ਼ਖਮੀ ਹੋਏ ਲੋਕਾਂ ਨੂੰ ਚੱਕ ਕੇ ਉਹਨਾਂ ਦਾ ਇਲਾਜ ਕਰਦੇ ਆ, ਕੁਛ ਲੋਕ ਉਹਨਾਂ ਲੋਕਾਂ ਨੂੰ ਉਹ ਲੜਾਈ ਵਿੱਚ ਲੈ ਕੇ ਆਉਣ ਲਈ ਜਾ ਕੇ ਲੈਕਚਰ ਦਿੰਦੇ ਆ, ਭਾਸ਼ਣ ਦਿੰਦੇ ਆ, ਉਹਨਾਂ ਨੂੰ ਕਨਵਿੰਸ ਕਰਦੇ ਆ, ਉਹਨਾਂ ਨੂੰ ਮੋਟੀਵੇਟ ਕਰਦੇ ਆ ਕਿ ਲੜਾਈ ਦੇ ਵਿੱਚ ਆਉਣ। ਸੋ ਇਸ ਕਰਕੇ ਸਮਾਜ ਦੇ ਵਿੱਚ ਜਦੋਂ ਵੀ ਕੋਈ ਲੜਾਈ ਲੜੀ ਜਾਂਦੀ ਆ, ਹਰ ਇੱਕ ਬੰਦੇ ਦਾ ਇੱਕ ਆਪਣਾ ਫਰਜ਼ ਹੁੰਦਾ ਆ। ਕਿਉਂਕਿ ਅਸੀਂ ਮੀਡੀਆ ਦੇ ਵਿੱਚ ਬੈਠੇ ਆ, ਤੇ ਮੀਡੀਆ ਦੇ ਵਿੱਚ ਬੈਠ ਕੇ ਜਿਹੜਾ ਸਾਡਾ ਫਰਜ਼ ਹੈਗਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਫਰਜ਼ ਉਹਨਾਂ ਜ਼ਿੰਮੇਵਾਰੀਆਂ ਦੇ ਪ੍ਰਤੀ ਨਿਭਾਇਆ ਜਾਵੇ। ਤੇ ਅਗਰ ਅਸੀਂ ਟੀਵੀ ਤੇ ਬੈਠ ਕੇ ਪੱਗਾਂ ਬੰਨ੍ਹ ਕੇ ਜਾਂ ਕੋਟ ਪੈਂਟ ਪਾ ਕੇ ਬੋਲਦੇ ਹਾਂ, ਉਹ ਸਾਡਾ ਇੱਕ ਡਰੈਸ ਜਾਂ ਇੱਕ ਅਟਾਇਰ ਹੋ ਸਕਦਾ, ਪਰ ਸਾਡੀ ਸੋਚ ਜਿਹੜੀ ਇਹੀ ਹੁੰਦੀ ਉਸ ਵੇਲੇ ਕਿ ਜਿਹੜਾ ਸਾਡਾ ਬਣਦਾ ਹਿੱਸਾ ਹੈਗਾ ਆ, ਉਹ ਟੀਵੀ ਦੇ ਮਾਧਿਅਮ ਦੇ ਨਾਲ ਅਸੀਂ ਜ਼ਰੂਰ ਪਾ ਸਕੀਏ, ਅਸੀਂ ਹੋਕਾ ਜ਼ਰੂਰ ਦੇ ਸਕੀਏ। ਤੇ ਰਾਤ ਨੂੰ ਜਿੱਦਾਂ ਇੱਕ ਚੌਕੀਦਾਰ ਹੋਕਾ ਦਿੰਦਾ, ਜਾਗਦੇ ਰਹੋ ਜਾਗਦੇ ਰਹੋ, ਸਾਨੂੰ ਜੇ ਅਸੀਂ ਇਹ ਸਮਝਦੇ ਕਿ ਸਾਡੀ ਜ਼ਿੰਮੇਵਾਰੀ ਇਹ ਹੈਗੀ ਆ ਕਿ ਅਸੀਂ ਹੋਕਾ ਦੇਣਾ ਚੌਕੀਦਾਰ ਬਣ ਕੇ ਕਿ ਜਾਗਦੇ ਰਹੋ ਜਾਗਦੇ ਰਹੋ, ਸਾਨੂੰ ਕੌਮ ਦੇ ਵਿੱਚ ਜਾਗਦੇ ਹੋਏ ਲੋਕਾਂ ਦੀ ਲੋੜ ਹੈਗੀ ਆ, ਤਾਂ ਮੇਰਾ ਖਿਆਲ ਨਾਲ ਜਿੰਨਾ ਕੁ ਪਾਠ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ, ਅਸੀਂ ਉਹਨੂੰ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਥੈਂਕ ਯੂ ਕੁਲਵੀਰ ਜੀ। ਕਾਲਰ ਜੁੜੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ। 8815 ਲਾਸਟ ਨੰਬਰ ਨੇ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਪ੍ਰੋਗਰਾਮ ਦੇਖਿਆ, ਪਰ ਮੈਨੂੰ ਇਹ ਨਹੀਂ ਪਤਾ ਕਿ ਫਾਲਕਾ ਅਵਾਰਡ ਦੇਣ ਦਾ ਕ੍ਰਾਈਟੇਰੀਆ ਕੀ ਆ ਤੇ ਕਿਉਂ ਦਿੱਤਾ ਜਾਂਦਾ, ਕੀ ਉਹਦੀ ਹੈਗੀ ਆ ਯੋਗਤਾ। ਪਰ ਇਹ ਤਾਂ ਨੋਟਿਸ ਤੇ ਇਹੀ ਹੋ ਰਿਹਾ ਕਿ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰ ਬੈਕ। ਬਾਦਲ ਸਾਹਿਬ ਹੁਣਾਂ ਨੇ ਪਹਿਲਾਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਕੋਲੋਂ ਵੀ ਮਾਫੀ ਦਵਾ ਦਿੱਤੀ ਸੀਗੀ, ਜਿਹਦੇ ਪਿੱਛੇ ਕਿੱਥੋਂ ਤੱਕ ਪੰਜਾਬ ਦੀ ਹਾਲਤ ਕਿੰਨੀ ਨਿਗਰੀ ਆ ਉਹਦੇ ਨਾਲ, ਤੇ ਹੁਣ ਉਹ ਅਵਾਰਡ ਦਿੱਤਾ। ਇਹਦੇ ਪਿੱਛੇ ਵੀ ਕੁਛ ਨਾ ਕੁਛ ਜ਼ਰੂਰ ਕੋਈ ਨਾ ਕੋਈ ਵਰਤੀ ਜਾ ਰਹੀ ਹੋਗੀ ਸਾਜ਼ਿਸ਼। ਹੁਣ ਬਾਦਲ ਸਾਹਿਬ ਨੇ ਦੇਖ ਲਓ ਕਿ ਸਿੱਖਾਂ ਦੀ ਜਿਹੜੀ ਜਮਾਤ ਆ ਉਹਨੂੰ ਲੈ ਆਂਦਾ ਕਿ ਸਿਰਫ ਸਿੱਖਾਂ ਨੂੰ ਹੀ ਵੋਟ, ਜਿਹੜੇ ਹੈਗੇ ਅੰਮ੍ਰਿਤਧਾਰੀ ਉਹਨਾਂ ਨੂੰ ਹੀ ਵੋਟ ਦੇਣ ਦਾ ਹੱਕ ਹੈ, ਦੂਜੇ ਸਿੱਖ ਵੋਟ ਨਹੀਂ ਦੇ ਸਕਦੇ। ਈਵਨ ਮੈਂ ਖੁਦ ਵੀ ਅੰਮ੍ਰਿਤਧਾਰੀ ਹਾਂ, ਪਰ ਮੈਂ ਉਹਦੇ ਨਾਲ ਵੀ ਹੈ ਨਹੀਂ, ਸਹਿਮਤ ਨਹੀਂ, ਕਿਉਂਕਿ ਤੁਸੀਂ ਉਹਨੂੰ ਨੈਰੋ ਕਰੀ ਜਾਂਦੇ ਆ, ਉਹ ਲੋਕਾਂ ਨੂੰ ਗੱਲ ਨਾਲ ਲਾਉਣ ਦੀ ਬਜਾਏ ਉਹਨਾਂ ਨੂੰ ਦੂਰ ਕਰੀ ਜਾਂਦੇ ਆ। ਇਸੇ ਤਰ੍ਹਾਂ ਹੀ ਡਾਕਟਰ ਅੰਬੇਦਕਰ ਹੁਣਾਂ ਨੂੰ ਸਿੱਖ ਧਰਮ ਨਹੀਂ ਸੀ ਗ੍ਰਹਿਣ ਕਰਨ ਦਿੱਤਾ, ਮਾਸਟਰ ਤਾਰਾ ਸਿੰਘ ਨੇ ਜਾਂ ਉਦੋਂ ਦੇ ਕੁਛ ਹੋਰ ਸਿੱਖ ਲੀਡਰਾਂ ਨੇ, ਅਕਾਲੀਆਂ ਨੇ, ਕਿਉਂਕਿ ਕੱਲ੍ਹ ਨੂੰ ਕਹਿੰਦੇ ਸੀ ਕਿ ਇਹਨਾਂ ਨੇ ਹੀ ਸਿੱਖ ਲੀਡਰ ਬਣ ਜਾਣਾ, ਇਹਨਾਂ ਦੇ ਕੋਲ ਬਹੁਮਤ ਆ ਜਾਣਾ। ਉਹ ਸਾਰੇ ਸਿੱਖ ਧਰਮ ਅਪਣਾਉਣ ਨੂੰ ਤਿਆਰ ਸੀ। ਇਸੇ ਤਰ੍ਹਾਂ ਹੀ ਇਹ ਕੱਢ ਕੇ ਹੁਣ ਜਿਹੜਾ ਘੇਰਾ ਬਹੁਤ ਛੋਟਾ ਕਰੀ ਜਾ ਰਹੇ ਆ। ਔਰ ਉਸ ਇੱਕ ਪਾਸੇ ਸ਼੍ਰੋਮਣੀ ਕਮੇਟੀ ਲਈ ਇਹ ਰੂਲ ਬਣਾ ਰਹੇ ਨੇ, ਦੂਜੇ ਪਾਸੇ ਆਮ ਲੋਕਾਂ ਕੋਲ ਜਾ ਕੇ ਉਹਨਾਂ ਦੀਆਂ ਵੋਟਾਂ ਵੀ ਮੰਗ ਰਹੇ ਨੇ ਕਿ ਤੁਸੀਂ ਸਾਨੂੰ ਵੋਟਾਂ ਪਾਓ। ਪੋਲੀਟਿਕਸ ਵੀ ਸਾਡੇ ਹੱਥ ਦੇ ਵਿੱਚ, ਧਰਮ ਵੀ ਸਾਡੇ ਹੱਥ ਵਿੱਚ, ਬਾਬਾ ਵੀ ਸਾਡੇ ਹੱਥ ਦੇ ਵਿੱਚ। ਮੈਨੂੰ ਇਹ ਨਹੀਂ ਪਤਾ ਕਿ ਬਾਬੇ ਨੂੰ ਹੋਰ ਕੌਣ ਯੂਜ਼ ਕਰ ਰਿਹਾ ਤੇ ਜਾਂ ਬਾਬਾ ਕਿਹਨੂੰ ਯੂਜ਼ ਕਰ ਰਿਹਾ, ਪਰ ਜ਼ਰੂਰ ਇਹੀ ਆ ਕਿ ਲੈਣ ਦੇਣ ਦੇ ਜ਼ਿਆਦਾ ਮੁੱਦੇ ਨੇ ਹੁਣ ਪਿੱਛੇ ਜੇ
ਜਿੱਦਾਂ ਅਮਿਤਾਭ ਬੱਚਨ ਬਾਰੇ ਵੀ ਸੁਣਿਆ ਸੀ ਕਿ ਇਹਨੂੰ ਰਾਸ਼ਟਰਪਤੀ ਦੇ ਲਈ ਇਹਦਾ ਨਾਂ ਆਉਂਦਾ ਦੇ ਨੇੜੇ ਤੇੜੇ ਸੀ, ਇਹਦੀ ਸੀਗੀ ਰੈਪੂਟੇਸ਼ਨ ਗੁੱਡ, ਔਰ ਥੋੜਾ ਜਿਹਾ ਪਨਾਮਕ ਨਾਲ ਦਾ ਹੋਣ ਕਰਕੇ ਪੀਪਲ ਟੇਕ ਡਿਸਟੈਂਸ ਫਰੋਮ ਹਿਮ ਕਿ ਉਹਦੇ ਕੋਲ ਆਲਰੇਡੀ ਉਹਦੇ ਤੇ ਚਾਰਜ ਲੱਗੀ ਜਾ ਰਹੇ ਨੇ। ਔਰ ਈਵਨ ਬਾਬੇ ਦਾ ਪਰਸਨਲ ਕਿਰਦਾਰ ਵੀ ਦੇਖਿਆ ਜਾਣਾ ਚਾਹੀਦਾ ਕਿ ਬਾਬੇ ਦੇ ਜਿਹੜੇ ਉੱਥੇ ਵਰਕਰ ਰਹਿੰਦੇ ਨੇ ਉਹਨਾਂ ਨਾਲ ਕੀ ਹੋਇਆ। CBI ਉਹਨਾਂ ਦੀ ਇਨਕੁਆਇਰੀ ਕਰ ਰਹੀ ਆ। ਇਹੋ ਜਿਹੇ ਇੱਕ ਡੀਗ੍ਰੇਡਡ ਬੰਦੇ ਨੂੰ ਅਵਾਰਡ ਦੇਣਾ ਮੇਰਾ ਖਿਆਲ ਬਹੁਤੀ ਸ਼ੋਭਾ ਨਹੀਂ ਦਿੰਦਾ। ਇੰਨਾ ਹੀ ਕਹਿਣਾ ਚਾਹਾਂਗੀ। ਥੈਂਕ ਯੂ ਜੀ। ਆਈ ਥਿੰਕ ਸਾਡਾ ਇਹ ਸ਼ੋਅ ਖਤਮ ਹੋ ਚੁੱਕਿਆ ਸੀ, ਹੁਣ ਸਾਡਾ ਦੂਜਾ ਸ਼ੋਅ ਭਗਤ ਸਿੰਘ ਉੱਤੇ ਚੱਲ ਰਿਹਾ ਸੀ। ਕੁਲਵੀਰ ਜੀ ਤੁਸੀਂ ਗੱਲ ਕਰ ਰਹੇ ਸੀ, ਮੈਂ ਕਹਿਣਾ ਚਾਹੁੰਦਾ ਐਜ਼ ਏ ਮੀਡੀਆ ਸਾਡਾ ਇਹ ਫਰਜ਼ ਆ ਕਿ ਅਸੀਂ ਜੋ ਨਿਊਜ਼ ਆ ਉਹ ਸਹੀ ਤਰੀਕੇ ਨਾਲ ਬਿਨਾਂ ਚੇਂਜ ਕੀਤੇ, ਬਿਨਾਂ ਉਹਨੂੰ ਉੱਤੇ ਪੋਲਿਸ਼ ਕੀਤੇ, ਜਾਂ ਤੁਸੀਂ ਕਹਿ ਸਕਦੇ ਜੋ ਲੂਣ ਮਿਰਚ ਮਸਾਲਾ ਲਾ ਕੇ, ਜਾਂ ਫਿਰ ਕਿ ਉਹ ਨਿਊਜ਼ ਨੂੰ ਬਦਲ ਕੇ ਨਾ ਵਿਖਾ ਕੇ ਜਾਇਜ਼ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੀਏ। ਤੇ ਅਸੀਂ ਆਪਣਾ ਕੰਮ ਉਹੀ ਕਰ ਰਹੇ ਹਾਂ। ਅਸੀਂ ਰੋਜ਼ ਮੁੱਦੇ ਲੱਭਦੇ ਹਾਂ ਜਿੱਤੇ ਡਿਬੇਟ ਹੋ ਸਕੇ। ਉਹ ਮੁੱਦੇ ਜਿਹੜੇ ਕਿ ਐਡਰੈਸ ਕਰਨੇ ਅੱਜ ਜ਼ਰੂਰੀ ਨੇ, ਉਹਨਾਂ ਮੁੱਦਿਆਂ ਨੂੰ ਅਸੀਂ ਤੁਹਾਡੇ ਸਾਹਮਣੇ ਲਿਆ ਕੇ ਡਿਸਕਸ ਕਰਦੇ ਹਾਂ। ਜੇ ਸਾਡੇ ਕੰਮ ਵਿੱਚ ਕੋਈ ਕਮੀ ਸਾਡੇ ਵੱਲੋਂ ਰਹਿ ਜਾਏ, ਅਸੀਂ ਹਮੇਸ਼ਾ ਹੀ ਸਾਰੇ ਦਰਸ਼ਕਾਂ ਨੂੰ ਆਉਂਦੇ ਹਾਂ, ਤੁਸੀਂ ਸਾਨੂੰ ਕਾਲ, ਈਮੇਲ, WhatsApp ਕਰਕੇ ਸਾਨੂੰ ਦੱਸ ਸਕਦੇ ਹੋ। ਪਰ ਹਾਂਜੀ, ਸਾਨੂੰ ਤੁਹਾਡੇ ਵੀ ਸਾਥ ਦੀ ਲੋੜ ਆ। ਅਸੀਂ ਆਪਣਾ ਕੰਮ ਬਾਖੂਬੀ ਕਰ ਰਹੇ ਹਾਂ ਤੇ ਸ਼ਾਇਦ ਜੇ ਸਾਡੇ ਕੰਮ 'ਚ ਕਮੀ ਰਹਿ ਜਾਏ ਤੁਸੀਂ ਸਾਨੂੰ ਦੱਸ ਸਕਦੇ ਜੋ ਅਸੀਂ ਜ਼ਰੂਰ ਪੂਰਾ ਕਰਾਂਗੇ ਜੀ। ਥੋੜੀ ਜਿਹੀ ਗੱਲ ਨੂੰ ਆਪਾਂ ਅੱਗੇ ਤੋੜਦੇ ਹਾਂ ਕਿਉਂਕਿ ਕਾਲਰ ਜਿਹੜੇ ਲਾਸਟ ਕਾਲਰ ਸੀ ਉਹ ਆਈ ਥਿੰਕ ਪਿਛਲਾ ਸ਼ੋਅ ਦੇਖ ਰਹੇ ਸੀ, ਉਹਦੇ ਕਰਕੇ ਥੋੜਾ ਜਿਹਾ ਆਪਾਂ ਲੀਕ ਤੋਂ ਹਟ ਗਏ ਹਾਂ। ਵਾਪਸ ਭਗਤ ਸਿੰਘ ਜੀ ਦੀ ਜੋ ਉੱਤੇ ਡਿਬੇਟ ਚੱਲ ਰਹੀ ਸੀ ਉਹਦੇ ਉੱਤੇ ਵਾਪਸ ਚੱਲ ਰਹੇ ਹਾਂ। ਗੱਲਬਾਤ ਚੱਲ ਰਹੀ ਸਾਡੀ ਕਿ 65 ਸਾਲ ਹੋ ਗਏ ਪਰ ਅਜੇ ਵੀ ਮਿਸਟੇਕਸ ਅਸੀਂ ਕਰੈਕਟ ਨਹੀਂ ਕਰ ਪਾਏ। ਹੁਣ ਮੈਂ ਗੱਲ ਕਰੂੰਗਾ ਜਵਾਹਰ ਲਾਲ ਨਹਿਰੂ ਦੀ, ਜੋ ਪਹਿਲੇ ਪ੍ਰਧਾਨ ਮੰਤਰੀ ਸੀ। ਉਹਨਾਂ ਨੂੰ ਅਜੇ ਵੀ ਪੰਡਿਤ ਜਵਾਹਰ ਲਾਲ ਨਹਿਰੂ ਹੀ ਲਿਖਿਆ ਜਾਂਦਾ ਵਾ, ਕਦੀ ਵੀ ਮਿਸਟੇਕ ਨਹੀਂ ਹੋਈ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਮਿਸਟੇਕ ਹੋਣੀ ਚਾਹੀਦੀ ਆ, ਪਰ ਕਿਤੇ ਨਾ ਕਿਤੇ ਸਿਸਟਮ 'ਚ ਗੜਬੜ ਹੈਗੀ ਆ ਤੇ 65 ਸਾਲ ਤੋਂ ਫਿਕਸ ਕੀਤੀ ਨਹੀਂ ਜਾ ਰਹੀ ਜਾਂ ਫਿਕਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇੱਕ ਮੈਂ ਹੋਰ ਐਗਜ਼ਾਮਪਲ ਜ਼ਰੂਰ ਦੇਣਾ ਚਾਹੂੰਗਾ ਜੋ ਬਹੁਤ ਇੰਪੋਰਟੈਂਟ ਆ। UK ਦੇ ਪ੍ਰੋਫੈਸਰ ਸੀ ਡੇਵਿਡ ਹਰਡਮੈਨ, ਹਿਸਟਰੀ ਦੇ ਪ੍ਰੋਫੈਸਰ ਨੇ ਯੂਨੀਵਰਸਿਟੀ ਆਫ ਹਾਰਵਿਕ ਦੇ। ਇਹਨਾਂ ਨੇ ਇੱਕ ਵਾਰ ਭਗਤ ਸਿੰਘ ਨੂੰ ਟੈਰਰਿਸਟ ਆਖਿਆ ਸੀ ਤੇ ਉਹਨਾਂ ਦਾ ਇੰਡੀਆ ਤੱਕ ਵਿਰੋਧ ਹੋਇਆ ਸੀ। ਜੇ UK 'ਚ ਕੋਈ ਪ੍ਰੋਫੈਸਰ ਭਗਤ ਸਿੰਘ ਨੂੰ ਟੈਰਰਿਸਟ ਆਂਦਾ ਵਾ, ਸ਼ਾਇਦ ਇਸ ਗੱਲ ਨੂੰ ਹਜਮ ਕਰ ਸਕੋ ਕਿਉਂਕਿ ਉਸ ਟਾਈਮ ਉਹ ਇੰਡੀਆ ਤੇ ਰਾਜ ਕਰਦੇ ਸੀ। ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ, ਜਿਹੜੇ ਹਾਲ ਵਿੱਚ ਉਹ ਸਪੀਚ ਦੇ ਰਹੇ ਸੀ, ਉਸ ਹਾਲ ਵਿੱਚ ਵੀ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ। ਪਰ ਇੰਡੀਆ ਵਿੱਚ ਅਸੀਂ ਅਜੇ ਤੱਕ ਵੀ ਪੂਰੇ ਸਿਸਟਮ ਨੂੰ ਕਰੈਕਟ ਅਸੀਂ ਨਹੀਂ ਕਰ ਸਕੇ। ਥੋੜੀ ਜੀ ਕੁਲਵੀਰ ਜੀ, ਦਿਲਰਾਜ ਜੀ ਐਂਡ ਜਰਮਨਜੀਤ ਸਿੰਘ ਜੀ, ਜੇ UK ਦੇ ਲੋਕ ਟੈਰਰਿਸਟ ਆਂਦੇ ਨੇ ਭਗਤ ਸਿੰਘ ਨੂੰ, ਅਸੀਂ ਉਹਦੇ ਵਾਸਤੇ ਰੌਲਾ ਪਾ ਲੈਂਦੇ ਆ, ਕੀ ਕਾਰਨ ਆ ਕਿ ਅਸੀਂ ਆਪਣਾ ਸਿਸਟਮ ਠੀਕ ਨਹੀਂ ਕਰ ਸਕੇ? ਹਰਪ੍ਰੀਤ ਜੀ, ਉਹਦਾ ਤੁਸੀਂ ਇੱਕ ਗੱਲਾਂ ਦੇ ਵਿੱਚ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਇੱਕ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਬੜੀ ਸੂਖਸ਼ਮ ਗੱਲ ਕੀਤੀ ਆ। ਉਹ ਗੱਲ ਇਹ ਆ ਕਿ ਅੱਜ ਤੱਕ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਜਾਂ ਕਾਂਗਰਸ ਨਾਲ ਜੁੜੀ ਹੋਈ ਹਿਸਟਰੀ ਦੇ ਵਿੱਚ ਗਲਤੀ ਕਦੀ ਕਿਉਂ ਨਹੀਂ ਹੋਈ। ਸਿਰਫ ਤੇ ਸਿਰਫ ਸੁਭਾਸ਼ ਚੰਦਰ ਬੋਸ ਜਾਂ ਭਗਤ ਸਿੰਘ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਦੇ ਨਾਵਾਂ ਦੇ ਨਾਲ ਜਾਂ ਇਹਨਾਂ ਨਾਲ ਜੁੜੀ ਹੋਈ ਹਿਸਟਰੀ ਵਿੱਚ ਹੀ ਗਲਤੀ ਕਿਉਂ ਹੁੰਦੀ ਹੈਗੀ ਆ। ਇੱਥੋਂ ਸਾਫ਼ ਪਤਾ ਲੱਗਦਾ ਕਿ ਕਿਤੇ ਨਾ ਕਿਤੇ ਅਜੇ ਵੀ ਉਹ ਸੁਰਾਂ ਜਿਉਂਦੀਆਂ ਨੇ, ਉਹ ਸੁਰਾਂ ਐਕਟਿਵ ਨੇ ਜਿਹੜੀਆਂ ਕਾਂਗਰਸ ਵੇਲੇ ਇਹ ਗੱਲ ਬੋਲਦੀਆਂ ਸੀਗੀਆਂ ਕਿ ਇਹ ਲੋਕ ਟੈਰਰਿਸਟ ਨੇ। ਇਹ ਗੱਲ ਦਾ ਇਤਿਹਾਸ ਗਵਾਹ ਆ ਕਿ ਕਾਂਗਰਸ ਨੇ 1947 ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦੇ ਟਾਈਮ 'ਤੇ ਜਿਹੜਾ ਹੈਗਾ ਉਸ ਵੇਲੇ ਕੀ ਸਟੈਂਡ ਲਿਆ ਸੀਗਾ, ਉਹ ਭਗਤ ਸਿੰਘ ਦੇ ਵਿਰੋਧ ਦੇ ਵਿੱਚ ਉਹ ਸਟੈਂਡ ਲੈਂਦੇ ਸੀਗੇ। ਜਿੰਨੇ ਵੀ ਸਾਡੇ ਉਸ ਵੇਲੇ ਯੋਧੇ ਸੀਗੇ ਜਿਹੜੇ ਗੋਰਿਆਂ ਦੇ ਖਿਲਾਫ ਹਥਿਆਰਬੰਦ ਲੜਾਈ ਲੜਨਾ ਚਾਹੁੰਦੇ ਸੀ, ਜ਼ੋਰ ਨਾਲ ਲੜਨਾ ਚਾਹੁੰਦੇ ਸੀ, ਇਹ ਸਾਰੇ ਉਹਨਾਂ ਦੇ ਖਿਲਾਫ ਸੀਗੇ। ਔਰ ਇਹਨਾਂ ਨੇ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਵੀ ਬਹੁਤ ਕੀਤਾ ਸੀਗਾ। ਅਤੇ ਇਹ ਜਿਹੜਾ ਭੰਡੀ ਪ੍ਰਚਾਰ ਹੈਗਾ ਅਜੇ ਤੱਕ ਵੀ ਬੰਦ ਨਹੀਂ ਹੋ ਰਿਹਾ। ਔਰ ਇਹ ਲੋਕ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ, ਜਿਹੜੇ ਸ਼ਹੀਦ ਸਾਡੇ ਹੈਗੇ ਨੇ, ਉਹਨਾਂ ਦੀ ਜਿਹੜੀ ਸ਼ਖਸੀਅਤ ਹੈਗੀ ਉਹਨੂੰ ਢਾਹ ਲਾਈ ਜਾਵੇ। ਜੇ ਆਪਾਂ ਪਿਛਲੇ ਸਮੇਂ ਦੌਰਾਨ ਭਗਤ ਸਿੰਘ ਹੁਣਾਂ ਦੀ ਗੱਲ ਕਰੀਏ ਤਾਂ ਸ਼ਹੀਦ ਭਗਤ ਸਿੰਘ ਹੁਣਾਂ ਦੀ ਪਾਪੂਲੈਰਿਟੀ
ਪਿਛਲੇ ਕੁਝ ਸਾਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਜ਼ਿਆਦਾ ਵਧੀ ਆ ਕਿ ਹਰ ਇੰਡੀਆ ਦਾ, ਪੰਜਾਬ ਦਾ ਬੱਚਾ ਨੌਜਵਾਨ ਭਗਤ ਸਿੰਘ ਨੂੰ ਹੀਰੋ ਮੰਨਦਾ। ਉਹਦੇ ਵਰਗੀ ਪੱਗ ਬੰਨ੍ਹਣਾ ਪੰਜਾਬ ਦੇ ਵਿੱਚ ਫੈਸ਼ਨ ਹੋ ਚੁੱਕਿਆ, ਰੰਗ ਬੜਾ ਆਮ ਹੋ ਚੁੱਕਿਆ, ਲੋਕ ਉਹ ਰੰਗ ਬੰਨ੍ਹ ਕੇ ਖੁਸ਼ੀ ਮਹਿਸੂਸ ਕਰਦੇ ਨੇ। ਔਰ ਇਹ ਗੱਲ ਜਿਹੜੀ ਨਿਕਲ ਕੇ ਪੰਜਾਬ ਤੋਂ ਜਿਹੜੀ ਗੱਲ ਸੀਗੀ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸ਼ੁਰੂ ਦੇ ਤੋਂ ਹੀ ਸ਼ਹੀਦ ਭਗਤ ਸਿੰਘ ਦੇ ਨਾਲ ਜੁੜੇ ਹੋਏ ਲੋਕ ਸੀਗੇ, ਇਹ ਗੱਲ ਹੌਲੀ ਹੌਲੀ ਨਿਕਲ ਕੇ ਆਲ ਇੰਡੀਆ ਦੇ ਯੂਥ ਤੱਕ ਪਹੁੰਚ ਚੁੱਕੀ ਆ। ਔਰ ਆਲ ਇੰਡੀਆ ਦਾ ਯੂਥ ਜਿਹੜਾ ਹੈਗਾ, ਜਦੋਂ ਜਿਹੜਾ ਭਗਤ ਸਿੰਘ ਦੀ ਹਿਸਟਰੀ ਪੜ੍ਹ ਰਿਹਾ, ਉਹਨਾਂ ਦੇ ਜਿਹੜੇ ਸਿਧਾਂਤ ਪੜ੍ਹ ਰਿਹਾ, ਉਹਨਾਂ ਦੀਆਂ ਬੁੱਕਸ ਪੜ੍ਹ ਰਿਹਾ, ਉਹ ਭਗਤ ਸਿੰਘ ਦੇ ਨਾਲ ਇੱਕ ਇਮੋਸ਼ਨਲ ਰਿਸ਼ਤੇ ਦੇ ਵਿੱਚ ਵੱਜਦਾ ਜਾ ਰਿਹਾ। ਸ਼ਾਇਦ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ, ਯੂਥ ਜਿਹੜਾ ਹੈਗਾ ਭਗਤ ਸਿੰਘ ਨੂੰ ਆਪਣਾ ਆਈਕਨ ਮੰਨਣ ਲੱਗ ਪਿਆ। ਇਹ ਚੀਜ਼ਾਂ ਕੁਝ ਲੋਕਾਂ ਦੇ ਹਜਮ ਨਹੀਂ ਹੁੰਦੀਆਂ, ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਆ, ਤਾਂ ਉਹ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਬਾਰ-ਬਾਰ ਚੱਲਦੇ ਆ ਜੀ। ਇੱਕ ਮੈਂ ਆਰਟੀਕਲ ਪੜ੍ਹ ਰਿਹਾ ਹਾਂ ਜਿੱਥੇ ਕਿ ਬੜਾ ਇੰਟਰਸਟਿੰਗ ਆਰਟੀਕਲ ਆ। ਉਹਦੀ ਹੈਡਲਾਈਨ ਆ ਕਿ ਅਸੀਂ ਯੂਕੇ ਨੂੰ ਫੋਰਸ ਕਰਾਂਗੇ ਕਿ ਭਗਤ ਸਿੰਘ ਨੂੰ ਟੈਰਰਿਸਟ ਨਾ ਆਖਿਆ ਜਾਵੇ, ਸ਼ਹੀਦ ਆਖਿਆ ਜਾਵੇ। ਇਹ ਨੇਤਾ, ਇਹ ਰਾਜਨੇਤਾ ਜੋ ਯੂਕੇ ਨੂੰ ਫੋਰਸ ਕਰਨ ਨੂੰ ਫਿਰਦੇ ਨੇ, ਕਿ ਉਹਨਾਂ ਨੂੰ ਆਪਣੀ ਪੀੜ੍ਹੀ ਥੱਲੇ ਡੰਡਾ ਨਹੀਂ ਮਾਰ ਲੈਣਾ ਚਾਹੀਦਾ? ਕਿ ਉਹਨਾਂ ਨੂੰ ਇੰਡੀਆ ਦੇ ਉਹ ਇੰਸਟੀਚਿਊਟ ਜਾਂ ਉਹ ਸਕੂਲ ਬੋਰਡ ਉਹਨਾਂ ਨੂੰ ਫੋਰਸ ਨਹੀਂ ਕਰਨਾ ਚਾਹੀਦਾ? ਇਸ ਉੱਤੇ ਗੱਲਬਾਤ ਕਰਾਂਗੇ, ਪਰ ਇੱਕ ਕਾਲਰ ਜੁੜ ਚੁੱਕੇ ਨੇ, ਮੈਂ ਕਾਲ ਲੈਣੀ ਚਾਹੂੰਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਤੋਂ ਲਾਸਟ 4 ਨੰਬਰ ਨੇ ਜੀ 1 2 3 ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਆਪਣਾ ਨਾਮ ਦੱਸੋਗੇ ਪਹਿਲਾਂ? ਹਾਂ, ਮੈਂ ਜਸਵਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ ਜਸਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਅਸੀਂ ਕਹਿ ਦਿੰਦੇ ਹਾਂ ਭਗਤ ਸਿੰਘ ਜੀ ਇਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਪਰ ਆਪਾਂ ਸਾਡੇ ਬਜ਼ੁਰਗ ਆ ਅਸੀਂ ਕਿੰਨੇ ਕੁ ਜਾਣਦੇ। ਪਰ ਮੈਂ ਇੰਡੀਆ ਵਿੱਚ ਗਿਆ ਸੀ ਤੇ ਮੈਂ ਭਗਤ ਸਿੰਘ ਹੋਰਾਂ ਦੀ ਫੋਟੋ ਜਿਹੜੀ ਆਪਣੇ ਬਲੈਕ 'ਚ ਆਪਣੇ ਕਾਰ ਦੇ ਪਿੱਛੇ ਲਗਾਈ ਸੀ, ਤੇ ਮੈਨੂੰ ਕੁਛ ਪੁਲਿਸ ਵਾਲੇ, ਟ੍ਰੈਫਿਕ ਪੁਲਿਸ ਵਾਲਿਆਂ ਨੇ ਘੇਰ ਲਿਆ ਤੇ ਇਹ ਫੋਟੋ ਇੱਕ ਲੀਗਲ ਸੀ। ਉਹਨਾਂ ਨੇ ਮੈਨੂੰ ਚਲਾਨ ਦਿੱਤਾ। ਮੈਂ ਉਹਨਾਂ ਨੂੰ ਪੁੱਛਿਆ ਕਿ ਸੰਤ ਜਰਨੈਲ ਸਿੰਘ ਢਿੰਡਰਾ ਦੀ ਫੋਟੋ ਹੈ ਕਿ ਭਗਤ ਸਿੰਘ ਹੋਰਾਂ ਦੀ ਫੋਟੋ ਹੈ? ਇੱਕ ਭਗਤ ਸਿੰਘ ਦੀ ਸੀ, ਇੱਕ ਢਿੰਡਰਾ ਵਾਲੇ ਸੰਤ ਦੀ ਫੋਟੋ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਯਾਰ ਥੋੜੀ ਜਿਹੀ ਉੱਚੀ ਬੋਲੋਗੇ, ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ ਸਰ, ਥੋੜੀ ਜਿਹੀ ਆਪਣੀ ਆਵਾਜ਼ ਬਤਾਓਗੇ? ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਤੇ ਟਿਕਟ ਦੇ ਦਿੱਤੀ ਇੰਡੀਆ ਵਿੱਚ, ਜਲੰਧਰ ਸ਼ਹਿਰ ਵਿੱਚ, ਤੇ ਮੈਂ ਉਹਨਾਂ ਦੀ ਭਗਤ ਸਿੰਘ ਦੀ ਫੋਟੋ ਇੱਕ ਲੀਗਲ ਤਰੀਕੇ ਨਾਲ ਲਾਈ ਸੀ ਤੇ ਇੱਕ ਸਾਈਡ ਤੇ ਲਾਈ ਸੀ। ਇੱਕ ਸਾਈਡ ਤੇ ਮੈਂ ਸੰਤ ਜਰਨੈਲ ਸਿੰਘ ਢਿੰਡਰਾ ਦੀ ਫੋਟੋ ਲਾਈ ਸੀ। ਉਹਨਾਂ ਨੇ ਮੈਨੂੰ ਟਿਕਟ ਦਿੱਤੀ ਕਿ ਤੇਰਾ ਚਲਾਨ ਕਰਨਗੇ। ਮੈਂ ਕਿਹਾ ਮੈਨੂੰ ਦੱਸੋ ਚਲਾਨ ਕਾਹਦਾ ਕਰਨਗੇ? ਮੇਰਾ ਸਾਰਾ ਕੁਝ ਸਹੀ ਹੈ, ਗੱਡੀ ਦਾ ਸਾਰਾ ਕੁਝ ਪੂਰੇ ਪੁਆਇੰਟ ਸਹੀ ਹੈ, ਮੈਨੂੰ ਥੋੜਾ ਦੱਸ ਦੋਗੇ ਕਿ ਤੁਸੀਂ ਕਿਉਂ ਮੇਰੇ ਟਿਕਟ ਕੱਟਣ ਲੱਗੇ? ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਤੂੰ ਜਰਨੈਲ ਸਿੰਘ ਢਿੰਡਰਾ ਦੀ ਫੋਟੋ ਲਾਈ ਹੈ, ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਹੈ, ਕਿਉਂ ਲਾਈ ਹੈ? ਮੈਂ ਕਿਹਾ ਇਹ ਸਾਡੇ ਰੱਬ ਹੈ, ਇੱਕ ਪਰਮਾਤਮਾ, ਸਾਨੂੰ ਜੇ ਆਪਾਂ ਜਿਹਨੂੰ ਮੰਨੀਏ ਸਾਰਾ ਕੁਛ ਹੈ। ਸਿੱਖੀ ਸਰੂਪ ਦੇ ਅੱਗੇ ਰਹਿਣ ਵਾਲੇ ਬੰਦੇ ਸੀ, ਸਿੱਖੀ ਸਰੂਪ ਪਿੱਛੇ ਉਹਨਾਂ ਨੇ ਜਾਣ ਦਿੱਤੀ। ਇਹ ਬੰਦਿਆਂ ਨੇ ਨਾ ਕਦੀ ਰੱਬ ਦਾ ਵੀ ਨਾਂ ਲੈਂਦੇ ਰਹੇ ਬੰਦੇ, ਤੇ ਮੈਨੂੰ ਕਿਉਂ ਦੂੰ? ਮੈਂ ਕਿਹਾ ਤੂੰ ਇੱਕ ਸਿੱਖ ਹੈ, ਤੂੰ ਇੱਕ ਟਰਮਰ ਮੰਨੀ, ਇੱਕ ਇਹਨਾਂ ਟਰਮਰ ਮੰਨੀ ਇੱਕ ਬੰਦੇ ਨੇ, ਤੂੰ ਮੈਨੂੰ ਕਿਉਂ ਟਿਕਟ ਦੇ ਰਿਹਾ? ਮੈਨੂੰ ਦੱਸ ਕੇ ਸਹੀ। ਪਰ ਉਹ ਬੰਦੇ ਨੇ ਮੈਨੂੰ ਫਿਰ ਵੀ ਉਹਨੇ ਜਿਤਾ ਕੇ ਕਿਹਾ ਕਿ ਤੇਰੇ ਜਿਹੜਾ ਸਪੀਕਰ ਨਾ ਵਾ। ਮੈਂ ਉਸ ਬੰਦੇ ਨੂੰ ਕਿਹਾ ਕਿ ਮੈਨੂੰ ਤੇਰਾ ਮੈਂ ਸਪੀਕਰ ਲਾ ਦੇਵਾਂ, ਤੂੰ ਸਪੀਕਰ ਕਹਿੰਦਾ ਪਰ ਇਹ ਸਪੀਕਰ ਨਹੀਂ ਹੈ, ਇਹ ਤੇ ਗੁਰੂ ਸਾਡਾ ਇੱਕ ਗੁਰੂ ਹੈ, ਪੀਰ ਹੈ, ਮੈਂ ਸਪੀਕਰ ਨਹੀਂ ਜਾਣ ਦੇਵਾਂਗਾ। ਤੂੰ ਚਲਾਨ ਕਰਨਾ ਕਰ, ਮੈਂ ਜਿਹੜੇ ਵੀ ਕੋਰਟ 'ਚ ਭੁਗਤਣਾ ਮੈਂ ਭੁਗਤਾਂਗਾ। ਇੱਕ ਸੰਤ ਜਰਨੈਲ ਸਿੰਘ ਢਿੰਡਰਾ ਦੀ ਫੋਟੋ ਜੀ, ਇੱਕ ਆਪਣਾ ਭਗਤ ਸ਼ਹੀਦ ਸਿੰਘ ਦੀ ਫੋਟੋ ਜੀ। ਮੈਂ ਕਿਹਾ ਮੈਂ ਚਲਾਨ ਭੁਗਤ ਲਾਂਗਾ, ਪਰ ਮੈਨੂੰ ਇਹ ਦੱਸ ਦੇ ਕਿ ਕਿਹੜੇ ਕੋਰਟ 'ਚ ਮੈਂ ਆਵਾਂ ਕਰੇ। ਉਹਨੇ ਮੈਨੂੰ ਕਪੂਰਥਲੇ ਕੋਰਟ 'ਚ ਲਗਾਇਆ, ਮੈਂ ਗਿਆ ਵੀ, ਮੈਂ ਜੱਜ ਸਾਹਮਣੇ ਪੇਸ਼ ਹੋਇਆ। ਉਹਨੇ ਮੈਨੂੰ ਇੰਡੀਆ ਦਾ $2000, ਇੰਡੀਆ ਦੇ $2600 ਮੈਨੂੰ ਉਹਨੇ ਪਾਇਆ, ਇੰਡੀਆ ਦਾ ਰੁਪਈਆ, ਤੇ ਮੈਂ ਭਰਿਆ। ਮੈਂ ਫਿਰ ਵੀ ਉਸ ਜੱਜ ਨੂੰ ਕਹਿ ਗਿਆ ਇਹ ਸਾਡਾ ਗੁਰੂ ਹੈ, ਅੱਜ ਤੂੰ ਇਸ ਜੱਜ ਦੀ ਕੁਰਸੀ ਤੇ ਬੈਠਾ ਤੇ ਇਹਦੇ ਕਰਕੇ ਬੈਠਾ, ਨਹੀਂ ਤੇ ਤੂੰ ਬਹਿ ਨਹੀਂ ਸਕਦਾ। ਉਹਨੇ ਮੈਨੂੰ ਇੱਕ ਜਵਾਬ ਦਿੱਤਾ, ਤੂੰ NRI ਹੈ, ਤੇਰਾ ਦਿਮਾਗ ਖਰਾਬ ਹੈ। ਓਕੇ, ਪੰਜਾਬ ਦੇ ਕਿਹੜੇ ਸ਼ਹਿਰ ਦੀ ਗੱਲ ਹੈ ਸਰ? ਜਲੰਧਰ ਦੀ ਦੱਸ ਰਹੇ ਜੀ ਇਹ, ਜਲੰਧਰ। ਆਪਾਂ ਕੋਟ ਪੈਂਟ ਪਾਉਂਦੇ, ਟਰਮਲ ਪਾਉਂਦੇ, ਅੱਜ ਅਸੀਂ ਸਿੱਖ
ਆਪਾਂ ਕੈਨੇਡਾ 'ਚ ਮੰਤਰੀ ਹੈ, ਇੰਗਲੈਂਡ 'ਚ ਹੈ ਜਾਂ ਅਮਰੀਕਾ ਵਿੱਚ ਅਫਸਰ ਹੈ, ਇਹ ਤੇ ਸਾਡੀ ਖਾਸੀਅਤ ਹੈ। ਇਹਦੇ ਪਿੱਛੇ ਕੋਈ ਵੀ ਕੰਨ ਲੜੇ ਨਾ ਕਿ ਅਸੀਂ ਆਪਾਂ ਕੋਟ ਪੈਂਟ ਪਾ ਕੇ ਬੈਠੇ ਆ, ਇਹਦੇ ਵਿੱਚ ਬੜੀ ਵਧੀਆ ਗੱਲ ਹੈ ਕਿ ਅਸੀਂ ਅੱਜ ਇਸ ਮੈਦਾਨ 'ਤੇ ਬੈਠੇ ਆ ਤੇ ਸਾਡੀ ਗੱਲ ਉੱਤੇ ਮੋਢੇ ਤੱਕ ਪਹੁੰਚ ਗਈ। ਪਰ ਇੱਕ ਥੋੜੀ ਜਿਹੀ ਉਸ ਕਲਰ ਨਾਲ ਮੈਂ ਵੀ ਜੋੜਨਾ ਚਾਹੁੰਦਾ ਕਿ ਹਾਂ ਉਹਦੀ ਗੱਲ ਸਹੀ ਸੀ, ਉਹਦਾ ਵੀ ਗੁੱਸਾ ਹੋਊਗਾ ਉਹਦੇ ਵਿੱਚ। ਅਸੀਂ ਜਿਹੜੇ ਇੰਡੀਆ ਤੋਂ ਪਹੁੰਚ ਚੁੱਕੇ ਆ, ਪਰ ਅਸੀਂ ਰਾਜੋਆਣੀਆਂ ਨੂੰ ਜਿਹੜੇ ਆਪਣੇ ਜਗਤਾਰ ਸਿੰਘ ਹਰਾ, ਅਸੀਂ ਉਹਨਾਂ ਦੇ ਪਿੱਛੇ ਲੜੀਏ, ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਜਰੀਆ ਲਈਏ ਕਿ ਆਪਾਂ ਉਹਨਾਂ ਨੂੰ ਬਾਹਰ ਕਢਾਉਣ ਦੀ ਕੋਸ਼ਿਸ਼ ਕਰੀਏ। ਇਹ ਕਹਿਣ ਲਗਾਏ ਸਰ ਤੁਹਾਡੇ ਕੋਲ ਟਿਕਟ ਦੀ ਕਾਪੀ ਪਈ ਹੋਏਗੀ ਸਰ? ऐसी कॉलर ਦੀ ਲਾਈਨ ਕੱਟ ਚੁੱਕੀ ਹੈ ਦਿਲਰਾਜ ਸਿੰਘ ਜੀ। ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਲਾਸਟ 4 ਨੰਬਰ ਨੇ 2003 2003। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਹਰਮਿੰਦਰ ਹਾਂਜੀ ਸਰ, ਤੋਂ। ਹਾਂਜੀ ਹਰਮਿੰਦਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ ਜੀ, ਜਿਹੜਾ ਅੱਜ ਦਾ ਵਿਸ਼ਾ ਜਿਹੜਾ ਤੁਸੀਂ ਲਿਆ ਹੈਗਾ, ਬਾਕੀ ਕੋਈ ਆਵਾਜ਼ ਉੱਚੀ ਰੱਖੋਗੇ ਹਰਮਿੰਦਰ ਜੀ? ਹਾਂਜੀ ਬਿਲਕੁਲ ਜੀ। ਮਗਰ ਜਿਹੜਾ ਅੱਜ ਦਾ ਤੁਸੀਂ ਵਿਸ਼ਾ ਰੱਖਿਆ ਹੈਗਾ, ਇਹਦੇ ਜੇ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਸਾਡੇ ਅੰਦਰ ਹੀ ਜਿਹੜੀ ਆਪਣੀ ਗਵਰਨਮੈਂਟ ਹੈ, ਜਿਹੜੀ ਆਪਣੀ सोसाइटीज है, एजुकेशन सैक्टर है, इन्हों का ही टोटली फॉल्ट है। क्योंकि जे अगर एक बुक पब्लिश होंगी है, ये सारे जानते हैं कि पब्लिक बुक पब्लिश होने तो पहला उसकी प्रूफ रीडिंग होंगी है। जिन्होंने भी इस प्रूफ रीडिंग नूं ओके किया है, किते ना किते गलती उन्होंने भी हैगी आ कि एक शहीद नूं तुसीं एज अ टैररिस्ट शो कर रहे हो। बुक्स यही बुक्स है जी चलो इंडिया दे विच तां जिहड़ी जा रही है, कई इहो जिहे फॉरनर्स भी है जो इंडियन लिटरेचर नूं रीड करते हैं। अगर वही चीज़ रीड करते हैं, उन्होंने ये टैररिस्ट का होएगा। सानू पता है कि साडे भगत सिंह शहीद सीगा, असीं उस चीज़ नूं मानते हैं, बट जो दूसरा बंदा पढ़ेगा जिन्हों इस चीज़ ना पता नहीं, जिन्हें फर्स्ट टाइम हिस्टरी नूं रीड करना, वो तो वो परसन की छवि जी हैगी वो एज अ टैररिस्ट ही बनेगी। वो किते ना किते ये साडी सिस्टम दे विच हैगी कमी कि असी किसी भी चीज़ नूं पब्लिश होंदा, भावें कोई मूवी आ, भावें कोई लिटरेचर आ, कोई बुक आ, वो प्रॉपर तरीके ना उसदी जांच पड़ताल नहीं होंदी, प्रूफ रीडिंग नहीं होंदी कि उन्होंने तरीके ना पढ़िया जाए, वो बारे देखा जाए डिटेल्ड इन्फॉर्मेशन की जो इन्फॉर्मेशन कहाँ अगे पब्लिक दे विच दी जाएगी वो सही हैगी कि नहीं हैगी, वो चीज़ के बारे बिल्कुल भी ध्यान नहीं दिता जाता। दिल्ली यूनिवर्सिटी एक मन्नी हुई यूनिवर्सिटी, अगर उत्थे भी ये चीज़ां आंदियां हैं तो ये साडे लई शर्मनाक गल है। थैंक यू सर, थैंक यू फॉर द कॉल। पर सब तो इंपॉर्टेंट गल है, साडे राजनेता इंडिया विच बह के आंदे ने, असीं इंग्लैंड दे उत्ते जोर पावांगे कि भगत सिंह नूं टैरोरिस्ट ना आख्या जावे, पर अपने सिस्टम उत्ते जोर नहीं पा सकदे कि असीं इहनूं ਜਦੋਂ ਅਸੀਂ ਇੰਗਲੈਂਡ ਦੇ ਉੱਤੇ ਜ਼ੋਰ ਪਾਉਣ ਦੀ ਗੱਲ ਕਰਦੇ, ਇੰਗਲੈਂਡ ਦੇ ਲੋਕ ਜੇ ਭਗਤ ਸਿੰਘ ਨੂੰ ਟੈਰਰਿਸਟ ਲਿਖਦੇ ਨੇ, ਇੰਡੀਆ 'ਚ ਵੀ ਜੇ ਇਹੀ ਰੀਤ ਫੋਲੋ ਕੀਤੀ ਜਾ ਰਹੀ ਹੈ ਕਿ ਅਸੀਂ ਇਹਨੂੰ ਇਹ ਕਹਿ ਸਕਾਂਗੇ ਕਿ ਇਹ ਲੋਕ ਸ਼ਾਇਦ ਅਜੇ ਵੀ ਆਜ਼ਾਦ, ਇਹਨਾਂ ਦੀ ਸੋਚ ਸ਼ਾਇਦ ਅਜੇ ਵੀ ਆਜ਼ਾਦ ਨਹੀਂ ਹੋਈ, ਅਜੇ ਵੀ ਸ਼ਾਇਦ ਆਪਣੇ ਆਪ ਨੂੰ ਬ੍ਰਿਟਿਸ਼ ਐਮਪਾਇਰ ਦੇ ਥੱਲੇ ਮੰਨਦੇ ਨੇ। ਹਰਪ੍ਰੀਤ ਜੀ, ਮੈਂ ਇਹ ਕਹਿਣਾ ਚਾਹਾਂਗਾ ਬ੍ਰਿਟਿਸ਼ ਐਮਪਾਇਰ ਥੱਲੇ ਨਹੀਂ ਮੰਨਦੇ, ਅਜੇ ਵੀ ਇਹ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਾਂਗਰਸ ਹੀ ਸਮਝਦੇ ਨੇ, ਔਰ ਨਹਿਰੂ ਦੀ ਤੇ ਗਾਂਧੀ ਦੀ ਕਾਂਗਰਸ ਸਮਝਦੇ ਨੇ, ਜਿਹੜੇ ਅਜੇ ਵੀ ਜਿਹੜਾ ਭਾਰਤ ਨੂੰ ਦੀ ਆਜ਼ਾਦੀ ਦਾ ਸਿਹਰਾ ਜਿਹੜਾ ਹੈਗਾ ਸਿਰਫ ਉਹਨਾਂ ਲੋਕਾਂ ਦੇ ਸਿਰ ਬੰਨਣਾ ਚਾਹੁੰਦੇ ਨੇ ਜਿਨ੍ਹਾਂ ਨੇ ਗੋਰਿਆਂ ਦੇ ਨਾਲ ਬੈਠ ਕੇ ਨੈਗੋਸ਼ੀਏਟ ਕੀਤਾ, ਸ਼ਹੀਦਾਂ ਦੀ ਸ਼ਹੀਦੀ ਨੂੰ ਨੈਗੋਸ਼ੀਏਟ ਕੀਤਾ, ਹਿੰਦੁਸਤਾਨ ਦੇ ਲੋਕਾਂ ਦੀ ਜ਼ਿੰਦਗੀ ਨੂੰ ਨੈਗੋਸ਼ੀਏਟ ਕੀਤਾ, ਭਾਰਤ ਦੀ ਧਰਤੀ ਨੂੰ ਨੈਗੋਸ਼ੀਏਟ ਕੀਤਾ। ਇਹ ਹਾਲੇ ਵੀ ਜਿਹੜੇ ਹੈਗੇ ਆਜ਼ਾਦੀ ਦਾ ਸਿਹਰਾ ਉਹਨਾਂ ਦੇ ਸਿਰ ਬੰਨਣਾ ਚਾਹੁੰਦੇ ਆ। ਇਹ ਉਹਨਾਂ ਦੇ ਸਿਹਰਾ ਨਹੀਂ ਬੰਨਣਾ ਚਾਹੁੰਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਆਜ਼ਾਦੀ ਲਈ ਹੈਗੀ ਜੀ। ਦਿਲਰਾਜ ਜੀ ਜੀ ਬਿਲਕੁਲ, ਇੱਥੇ ਕੁਲਦੀਪ ਜੀ ਨੇ ਠੀਕ ਹੈ ਕਿ ਇਹ ਉਹ ਜਿਹੜੇ ਸਰਕਾਰਾਂ ਸਾਡੀਆਂ ਨੇ ਉਹਨਾਂ ਨੇਤਾਵਾਂ ਦੇ ਹੀ ਅੱਗੇ ਵੰਸ਼ਜ ਨੇ ਸਾਰੇ, ਕਿ ਇਹ ਉਹਨਾਂ ਦੇ ਆਪਣੇ ਜਿਹੜੇ ਦੇ ਪਿਓ ਦਾਦੇ ਸੀ ਉਹਨਾਂ ਨੂੰ ਹੀ ਵਧਾ ਚੜਾ ਕੇ ਪੇਸ਼ ਕਰਨਾ ਚਾਹੁੰਦੇ ਨੇ ਕਿ ਜਿਹੜੀ ਆਜ਼ਾਦੀ ਮਿਲੀ ਹੈ ਉਹਨਾਂ ਕਰਕੇ ਹੀ ਮਿਲੀ ਹੈ। ਜੋ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਦਾ ਨਾਮ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ, ਉਹਨਾਂ ਨੂੰ ਇਹ ਭੰਡਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਇੱਥੇ ਕਾਲਰ ਨੇ ਕਿਹਾ ਸੀ ਕਿ ਪ੍ਰੂਫ ਰੀਡਿੰਗ ਹੋਣੀ ਚਾਹੀਦੀ, ਪ੍ਰੂਫ ਰੀਡਿੰਗ ਹੁੰਦੀ ਆ, ਪਰ ਇਹ ਮੈਂ ਪਹਿਲਾਂ ਬਾਰ-ਬਾਰ ਕਹਿ ਚੁੱਕਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਆ ਇੱਕ ਸ਼ਹੀਦਾਂ ਨੂੰ ਅੱਤਵਾਦੀ ਕਰਾਰ ਦੇਣ ਦੀ, ਉਹਨਾਂ ਨੂੰ ਅੱਤਵਾਦੀ ਕਹਿਣ ਦੀ। ਅਗਰ ਇਹ ਸਰਕਾਰਾਂ ਇੰਨੀਆਂ ਹੀ ਹੁਣ ਸ਼ਹੀਦਾ ਦਰਜਾ ਦੇਣੀਆਂ ਹੁਣ ਤੱਕ ਭਾਰਤ ਦੇ ਵਿੱਚ ਭਗਤ ਸਿੰਘ ਨੂੰ ਸ਼ਹੀਦਾ ਦਰਜਾ ਮਿਲ ਗਿਆ ਹੁੰਦਾ। ਪਰ ਇਹ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਕਿ ਜਿਹੜੇ ਸਾਡੇ ਲੀਡਰ ਤੇ ਜਿਹੜੀ ਸਾਡੀ ਸਰਕਾਰਾਂ ਨੇ ਉਹਨਾਂ ਨੂੰ ਇਹ ਵਧਾ ਚੜਾ ਕੇ ਪੇਸ਼ ਨਹੀਂ ਕਰਨਾ ਚਾਹੁੰਦੀਆਂ। ਉਹਨਾਂ ਦਾ ਜਿਹੜਾ ਪੋਪੂਲੈਰਿਟੀ ਨੇ ਉਹਨਾਂ ਨੂੰ ਇਹ ਨਹੀਂ ਜਰਦੀਆਂ, ਕਿਉਂਕਿ
ਦੇਖਿਆ ਜਾਵੇ ਤਾਂ ਮਹਾਤਮਾ ਗਾਂਧੀ ਦੇ ਸਿਰਫ 1 ਜਾਂ 2 ਫਿਲਮਾਂ ਬਣੀਆਂ ਹੋਣਗੀਆਂ, ਭਗਤ ਸਿੰਘ ਤੇ 1 ਸਾਲ ਦੇ ਵਿੱਚ ਹੀ 4 ਫਿਲਮਾਂ ਬਣੀਆਂ ਨੇ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਭਗਤ ਸਿੰਘ ਦੀ ਪੋਪੂਲੈਰਿਟੀ ਕਿੰਨੀ ਹੈ। ਸਰਕਾਰ ਜੋ ਮਰਜ਼ੀ ਕਰ ਲੈ, ਇਹਨਾਂ ਨੇ ਕੁਝ ਵੀ ਲੈਣੀ, ਪਰ ਜਿਨ੍ਹਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਉਹ ਕਰਦੇ ਰਹਿਣਗੇ ਤੇ ਕਰਦੇ ਸਦਾ ਰਹਿਣਗੇ। ਇੱਕ ਕਾਲਰ ਹੋਰ ਜੁੜ ਚੁੱਕੇ ਨੇ, ਮੈਂ ਉਹਨਾਂ ਦੀ ਕਾਲ ਲੈਣੀ ਚਾਹੂੰਗਾ। ਲਾਸਟ 4 ਨੰਬਰ ਨੇ 6855। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਸਰ? 6855। ਮੈਂ ਸ਼ੇਰ ਸਿੰਘ ਹੀ ਬੋਲਦਾ ਜੀ ਭਾਈ। ਤੇ ਇੱਕ ਅੱਜ ਪ੍ਰੋਗਰਾਮ ਚੱਲਦਾ ਸੀਗਾ ਸੰਗਤ ਟੀਵੀ ਤੇ ਬਾਬਾ ਕਸ਼ਮੀਰਾ ਸਿੰਘ ਦਾ। ਹਾਂਜੀ ਸਰ। ਉਹਨਾਂ ਨੇ ਉਦੋਂ ਇੱਕ ਮਿਲਟਰੀ ਦਾ ਅਫਸਰ ਸੀਗਾ, ਉਸ ਬੰਦੇ ਨੇ ਉਦੋਂ ਜੋ ਮਹਾਰਾਜਾ ਰਣਜੀਤ ਸਿੰਘ ਸੀਗਾ, ਜੱਸਾ ਸਿੰਘ ਆਹਲੂਵਾਲੀਆ ਆਪਣੇ ਜਿਹੜੇ ਸੀਗੇ ਅਫਗਾਨਿਸਤਾਨ ਜਿੱਤਿਆ ਸੀਗਾ, ਵੀ ਅਮਰੀਕਾ ਤੋਂ ਨਹੀਂ ਜਿੱਤ ਹੋਇਆ, ਹੋਰ ਤੋਂ ਨਹੀਂ ਜਿੱਤ ਹੋਇਆ। ਇਹੋ ਜਿਹੇ ਮੁੱਦੇ ਵਧੀਆ ਲੈ ਕੇ ਆਇਆ ਕਰੋ ਭਾਜੀ। ਪਤਾ ਕੀ ਹੈਗਾ ਵੀ ਬਹੁਤ ਵਧੀਆ ਮੁੱਦਾ ਚੱਲਦਾ ਉਹਦਾ। ਸ਼ੁਕਰੀਆ ਜੀ। ਥੈਂਕ ਯੂ ਸਰ। ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਲਾਸਟ 4 ਨੰਬਰ ਨੇ 1238। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੌਣ ਬੋਲ ਰਹੇ ਸਰ? ਆਪਣਾ ਨਾਮ ਦੱਸੋਗੇ ਇੱਕ ਵਾਰੀ? ਸਰ ਜੀ ਮੈਂ ਤੇ ਨਾਲ ਬੋਲਦਾ ਪਿਆ ਮੈਂ ਜਸਪਾਲ ਸਿੰਘ। ਮੈਂ ਤਾਂ ਦੱਸਣਾ ਚਾਹੁੰਦਾ ਕਿ ਮੇਰੇ ਕੋ ਉਹ ਕਾਪੀ ਸ਼ਾਇਦ ਮੈਂ ਲੱਭਾ ਤੇ ਲੱਭ ਕੇ ਤੁਹਾਨੂੰ WhatsApp ਕਰਾਂ। ਬਿਲਕੁਲ ਸਰ, ਮੈਂ ਉਹੀ ਕਹਿਣਾ ਚਾਹ ਰਿਹਾ ਹਰਪ੍ਰੀਤ ਜੀ। ਮੈਂ ਤੇ 1 ਸੈਕਿੰਡ ਬਸ ਇਹਨਾਂ ਨਾਲ ਵੀ ਗੱਲ ਕਰਨਾ ਚਾਹ ਰਿਹਾ ਤੇ ਨਾਲ ਮੈਂ ਹੋਰ ਵੀ ਜਿਹੜੇ ਵੀਰ ਸਾਨੂੰ ਸੁਣਦੇ ਆ, ਏਦਾਂ ਦਾ ਕੁਝ ਵੀ ਜੇ ਹੋਵੇ ਤੇ ਅਸੀਂ ਇਹੀ ਦਰਖਾਸਤ ਕਰਾਂਗੇ, ਪਲੀਜ਼ ਉਹਦਾ ਦੀ ਕਾਪੀ ਸਾਨੂੰ ਚੱਕਦੇ ਟੀਵੀ ਦੀ, ਜੇ ਕੈਨੇਡਾ ਟੀਮ ਨੂੰ ਜਾਂ ਇੰਡੀਆ ਟੀਮ ਨੂੰ ਕਿਸੇ ਨੂੰ ਵੀ ਦੇ ਦਿੱਤੀ ਜਾਵੇ, ਕਿ ਅਸੀਂ ਕੰਸਰਨਡ ਆਫਿਸਰ ਨਾਲ ਗੱਲ ਜ਼ਰੂਰ ਕਰੀਏ ਕਿ ਏਦਾਂ ਦਾ ਵਰਤਾਰਾ ਹੋਰ ਨਾ ਮੁੜ ਕੇ ਅੱਗੇ ਵਧੇ ਨਾ ਹੋਵੇ। ਜੇ ਤੁਸੀਂ ਇਹ ਕਾਪੀ ਸਾਡੇ ਕੋਲ ਭੇਜ ਪਾਓ ਸਰ, ਐਟਲੀਸਟ ਅਸੀਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਇਹ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਕਿਹਦੇ ਨਾਲ ਇਹ ਚੀਜ਼ ਨਾ ਵਾਪਰੇ। ਤੇ ਜੇ ਤੁਹਾਡੇ ਕੋਲ ਜੇ ਕਾਪੀ ਹੈਗੀ ਜਾਂ ਕੋਈ ਰੈਫਰੈਂਸ ਲੈਟਰ ਐਨੀਥਿੰਗ, ਤੁਸੀਂ ਸਾਡੇ ਕੈਲਗਰੀ ਟੋਰਾਂਟੋ ਦੇ ਆਫਿਸ ਤੇ ਈਮੇਲ ਜਾਂ ਫਿਰ WhatsApp ਦੇ ਜ਼ਰੀਏ ਭੇਜ ਸਕੋ ਤਾਂ ਜੀ ਅਸੀਂ ਇਹ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਐਡਮਿਨਿਸਟ੍ਰੇਟਿਵ ਆਫਿਸਰਸ ਨਾਲ ਗੱਲ ਕਰਕੇ ਉਹਨਾਂ ਦੀ ਰਾਏ ਜ਼ਰੂਰ ਇੱਥੇ ਪੁੱਛੀਏ ਜੀ। आई थिंक कॉलर लाइन कट चुके हैं। टाइम हो नहीं ਦਿੰਦਾ ਕਿ ਅਸੀਂ ਇਸ ਵਿਸ਼ੇ ਨੂੰ ਕੰਟੀਨਿਊ ਰੱਖੀਏ। ਅਖੀਰ ਪੈਨਲਿਸਟ ਨੂੰ ਜ਼ਰੂਰ ਕਹੂੰਗਾ ਕਿ ਆਪਣੇ ਅਖੀਰ ਕੀ ਕਹਿਣਾ ਚਾਹੋ, ਪਲੀਜ਼ ਗੋ ਹੈਡ। ਹਰਪ੍ਰੀਤ ਜੀ, ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਸ਼ ਦੇ ਵਿੱਚੋਂ ਇਹ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਕਿ ਸ਼ਹੀਦਾਂ ਨੂੰ ਸ਼ਹੀਦ ਨਹੀਂ ਮੰਨਣਾ, ਜਾਂ ਜਿਹੜੇ ਲੋਕਾਂ ਦੀ ਅਸਲੀ ਕੁਰਬਾਨੀ ਹੈਗੀ ਆ ਉਸ ਕੁਰਬਾਨੀ ਨੂੰ ਫਿੱਕਿਆਂ ਕਰਕੇ, ਤੇ ਜਿਹੜੇ ਮੌਕਾ ਪ੍ਰਸਤ ਲੋਕ ਸੀਗੇ ਜਿਨ੍ਹਾਂ ਨੇ ਭਾਰਤ ਨੂੰ ਵੇਚਿਆ ਸੀਗਾ, ਨੈਗੋਸ਼ੀਏਟ ਕੀਤਾ ਸੀਗਾ, ਉਹਨਾਂ ਨੂੰ ਉੱਪਰ ਚੁੱਕਣ ਵਾਲੇ ਲੋਕਾਂ ਤੋਂ ਨਿਜਾਤ ਪਾਉਣ ਵਾਸਤੇ ਮੇਰਾ ਖਿਆਲ ਆ ਲੋਕਾਂ ਨੂੰ ਉੱਠਣਾ ਚਾਹੀਦਾ, ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਕੋਈ ਹੁਣ ਕਾਨੂੰਨ ਬਣਾ ਦਿੱਤਾ ਜਾਵੇ ਕਿ ਸ਼ਹੀਦਾਂ ਦੀ ਸ਼ਹਾਦਤ ਦੇ ਨਾਲ ਹੋਰ ਕੋਈ ਬੰਦਾ ਇਹੋ ਜਿਹਾ ਕੋਝਾ ਮਜ਼ਾਕ ਨਾ ਕਰੇ, ਕਿਤਾਬਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਾ ਲਿਖੇ। ਇਹੋ ਜਿਹੇ ਲੋਕਾਂ ਦੇ ਉੱਪਰ ਸਖਤ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਜੀ। राज जी, चरणजीत सिंह जी। बिल्कुल, मैं जिस राइटर ने लिखा है आप शहीद भगत सिंह अतवादी, मैं ये दस देना चाहना है कि जेकर शहीद भगत सिंह अतवादी होंदा तां ਜਿਹੜਾ ਉਹਨਾਂ ਨੇ ਬੰਬ ਸੁੱਟਿਆ ਸੀ ਪਾਰਲੀਮੈਂਟ ਦੇ ਵਿੱਚ, ਉਹ ਅਗਰ ਅੱਤਵਾਦੀ ਹੁੰਦੇ ਤਾਂ ਉਹ ਇੰਨਾ ਸਟਰੋਂਗ ਬੰਬ ਤੋੜਦੇ ਕਿ ਉੱਥੇ ਕੁਝ ਵੀ ਕਰ ਸਕਦੇ ਨੇ, ਉਹ ਸਾਰੇ ਮੈਂਬਰਸ ਨੂੰ ਖਤਮ ਕਰ ਸਕਦੇ ਨੇ, ਬਿਲਡਿੰਗ ਨੂੰ ਮਲੀਮੇਟ ਕਰ ਸਕਦੇ ਨੇ, ਪਰ ਉਹਨਾਂ ਨੇ ਸਿਰਫ ਆਪਣੀ ਗੱਲ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸਿਰਫ ਉਹਨਾਂ ਨੂੰ ਕਾਗਜ਼ਾਂ ਨੂੰ ਹੀ ਨੋਟ ਕੀਤਾ ਸੀ। ਜੇਕਰ ਅੱਤਵਾਦੀ ਹੁੰਦੇ ਤਾਂ ਉਹ ਕੁਝ ਵੀ ਕਰ ਸਕਦੇ ਨੇ, ਪਰ ਮੈਂ ਉਹਨਾਂ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿਹੜੇ ਸ਼ਹੀਦਾਂ ਨੂੰ ਅੱਤਵਾਦੀ ਦਿੱਤੇ ਨੇ ਉਹ ਆਪਣੀ ਕਲਮ ਨੂੰ ਥੋੜਾ ਜਿਹਾ ਨੂੰ ਬੰਦ ਕਰਨ, ਥੋੜਾ ਚੰਗਾ ਲਿਖਣ ਦੀ ਕੋਸ਼ਿਸ਼ ਕਰਨ। ਦਿਲਰਾਜ ਜੀ, ਮੈਨੂੰ ਲੱਗਦਾ ਦਿਲਰਾਜ ਜੀ ਦੀ ਲਾਈਨ ਸੈਟ ਕੋਈ ਟੈਕਨੀਕਲ ਇਸ਼ੂ ਕਰਕੇ ਮੇਰੀ ਗੱਲ ਨਹੀਂ ਸੁਣ ਪਾ ਰਹੇ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇੱਥੇ ਹੋਰ ਗੱਲਬਾਤ ਕਰੀਏ। ਉਮੀਦ ਇਹੀ ਕਰਦੇ ਹਾਂ ਕਿ ਇਸ ਵਾਰੀ ਜੇ ਮਿਸਟੇਕ ਆ, ਲਾਸਟ ਮਿਸਟੇਕ ਆ, ਇੰਡੀਅਨ ਗਵਰਨਮੈਂਟ ਇੱਥੇ ਐਪਰੋਪ੍ਰੀਏਟ ਸਟੈਪ ਲਊਗੀ ਤੇ ਇਦਾਂ ਦੇ ਮਿਸਟੇਕ ਸਾਨੂੰ ਫਿਊਚਰ ਵਿੱਚ ਵੇਖਣ ਨੂੰ ਨਹੀਂ ਮਿਲਣਗੇ। ਅਖੀਰ 'ਚ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਚੱਕਦੇ ਟੀਵੀ ਦੀ ਐਪ ਐਂਡਰੋਇਡ ਡਿਵਾਈਸ ਤੇ ਹੁਣ ਡਾਊਨਲੋਡ ਕਰ ਸਕਦੇ ਜੋ, ਤੇ ਚੱਕਦੇ ਟੀਵੀ ਦੀ ਲਾਈਵ ਸਟ੍ਰੀਮ ਐਂਡਰੋਇਡ ਤੇ ਪੂਰੀ ਦੁਨੀਆ ਵਿੱਚ ਵੇਖ ਸਕਦੇ ਜੋ। ਮੈਂ ਇੱਕ ਵਾਰ ਫਿਰ ਤੋਂ ਦੱਸਦਾ, ਗੂਗਲ ਪਲੇ ਤੋਂ ਤੁਸੀਂ ਚੱਕਦੇ ਟੀਵੀ ਦੀ ਐਪ ਡਾਊਨਲੋਡ ਕਰਕੇ ਆਪਣੇ ਟੀਵੀ, ਟੈਬ ਜਾਂ ਫਿਰ ਆਪਣੇ ਸੈੱਲ ਫੋਨ ਤੇ ਵੀ ਚੱਕਦੇ ਟੀਵੀ ਦੀ ਲਾਈਵ ਸਟ੍ਰੀਮ ਦੇਖ ਸਕਦੇ ਜੋ, ਤੇ ਪੂਰੀ ਦੁਨੀਆ 'ਚ ਚੱਕਦੇ ਟੀਵੀ ਫ੍ਰੀ ਵਿੱਚ ਵੇਖ ਸਕਦੇ ਜੋ। ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਆਉਣ ਵਾਲੇ ਕੁਝ ਸਮੇਂ 'ਚ 24/7 ਪੰਜਾਬੀ ਨਿਊਜ਼ ਚੈਨਲ ਵੀ ਲਾਂਚ ਕਰੀਏ, ਉਹਦੀ ਸਟ੍ਰੀਮ ਵੀ ਤੁਸੀਂ ਸੇਮ ਐਪ ਤੇ ਵੇਖ ਪਾਓਗੇ। ਸਾਨੂੰ ਤੁਹਾਡੇ ਸੁਝਾਅ ਦੀ, ਤੁਹਾਡੇ ਸਾਥ ਦੀ ਹਮੇਸ਼ਾ ਹੀ ਜ਼ਰੂਰਤ ਹੁੰਦੀ ਆ। ਤੁਸੀਂ ਹੇਠ ਲਿਖੇ ਫੋਨ ਨੰਬਰ, ਈਮੇਲ
ਜਾਂ ਫਿਰ WhatsApp ਨੰਬਰ ਤੇ ਸਾਡੇ ਨਾਲ ਹਮੇਸ਼ਾ ਰਾਬਤਾ ਕਰ ਸਕਦੇ ਜੋ। ਇੱਥੇ ਮੈਨੂੰ, ਕੁਲਵੀਰ ਜੀ ਨੂੰ, ਦਿਲਰਾਜ ਜੀ ਨੂੰ, ਜਰਮਨਜੀਤ ਸਿੰਘ ਜੀ ਨੂੰ ਤੇ ਸਾਡੀ ਸਾਰੀ ਟੈਕਨੀਕਲ ਟੀਮ ਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ।